ਅਸੀਂ ਕਿਸੇ ਸਾਹਿਤਕ ਜਾਂ ਕਲਾਤਮਕ ਵਿਧਾ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ? ਅਸੀਂ ਉਸ ਵਿਧਾ ਦੇ ਇਤਿਹਾਸ ਨੂੰ ਕੁਝ ਕਾਲ ਖੰਡਾਂ ਵਿੱਚ ਵੰਡ ਲੈਂਦੇ ਹਾਂ ਤੇ ਵੇਰਵੇ ਦੇਣੇ ਸ਼ੁਰੂ ਕਰ ਦਿੰਦੇ ਹਾਂ ਕਿ ਕਿਸ ਕਾਲ ਖੰਡ ਵਿੱਚ ਕਿਹੜੇ ਲੇਖਕ ਹੋਏ ਤੇ ਉਹਨਾਂ ਨੇ ਕੀ ਲਿਖਿਆ। ਕਦੇ ਕਦੇ ਉਸ ਕਾਲ ਖੰਡ ਵਿਸ਼ੇਸ਼ ਦੀਆਂ ਸਾਹਿਤਕ ਜਾਂ ਕਲਾਤਮਕ ਪ੍ਰਵਿਰਤੀਆਂ ਦਾ ਸ਼ੈਲੀਆਂ ਦਾ ਜ਼ਿਕਰ ਕਰਦੇ ਹਾਂ ਔਰ ਇਸ ਤਰ੍ਹਾਂ ਇਹ ਤੱਥ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਵਿਧਾ ਨੇ ਕਾਫੀ ਵਿਕਾਸ ਕਰ ਲਿਆ। ਪਰ ਹਕੀਕਤ ਦੇ ਵਿੱਚ ਅਸੀਂ ਇੱਕ ਤਰੀਕੇ ਦਾ ਪੂਰਾ ਇਤਿਹਾਸ ਦਾ ਸਰਵੇ ਪੇਸ਼ ਕਰ ਰਹੇ ਹੁੰਦੇ ਹਾਂ। ਅਸੀਂ ਵਿਕਾਸ ਦੇ ਬਿੰਦੂਆਂ ਤੇ ਮੈਂ ਦੇਖਿਆ ਆਮ ਕਰਕੇ ਫੋਕਸ ਨਹੀਂ ਹੁੰਦੇ। ਜੇ ਹੁਣ ਇਹ ਸਵਾਲ ਕਰਨਾ ਹੋਵੇ ਕਿ ਕੀ ਪੰਜਾਬੀ ਨਾਟਕ ਨੇ ਪਿਛਲੇ 100 ਸਾਲਾਂ ਦੇ ਵਿੱਚ ਵਿਕਾਸ ਕੀਤਾ ਹੈ ਤਾਂ ਇਹ ਬਹੁਤ ਸੌਖਾ ਜਿਹਾ ਕੰਮ ਹੋਏਗਾ ਕਿ ਅਸੀਂ ਦੱਸ ਦਈਏ ਕਿ ਨੰਦਾ ਕਾਲ ਦੇ ਵਿੱਚ ਕੀ ਹੋਇਆ, ਫਿਰ ਪ੍ਰਯੋਗਸ਼ੀਲ ਲਹਿਰ ਦੇ ਦੌਰਾਨ ਕੀ ਹੋਇਆ, ਫਿਰ ਆਧੁਨਿਕ ਸਮਿਆਂ ਦੇ ਵਿੱਚ ਕੀ ਹੋਇਆ। ਪਰ ਇਸ ਨਾਲ ਅਸੀਂ ਉਸ ਵਿਧਾ ਦੇ ਆਂਤਰਿਕ ਵਿਕਾਸ ਨੂੰ ਜਾਂ ਪੰਜਾਬੀ ਸਭਿਅਤਾ ਦੇ ਵਿੱਚ ਨਾਟਕ ਕਲਾ ਦੇ ਵਿਕਾਸ ਨੂੰ ਕਦੇ ਵੀ ਸਮਝ ਨਹੀਂ ਪਾਵਾਂਗੇ ਔਰ ਫਿਰ ਵਰਤਮਾਨ ਦੇ ਪ੍ਰਸੰਗ ਵਿੱਚ ਸਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਉਹ ਵਿਧਾ ਜਾਂ ਉਹ ਰਚਨਾ ਜਾਂ ਖਾਸ ਤੌਰ ਤੇ ਜਿਵੇਂ ਆਪਾਂ ਨਾਟਕ ਦੀ ਗੱਲ ਕਰ ਰਹੇ ਹਾਂ ਤਾਂ ਅੱਜ ਵਰਤਮਾਨ ਦੇ ਵਿੱਚ ਪੰਜਾਬੀ ਨਾਟਕ ਕਿਸ ਸਥਿਤੀ ਦੇ ਵਿੱਚ ਹੈ। ਪੰਜਾਬੀ ਨਾਟਕ ਦੇ ਵਿਕਾਸ ਦੇ ਸੰਬੰਧ ਵਿੱਚ ਸਭ ਤੋਂ ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਪੰਜਾਬੀ ਨਾਟਕ ਕੋਲ ਪੰਜਾਬੀ ਸਾਹਿਤ ਦੇ ਬਾਕੀ ਰੂਪਾਂ ਦੇ ਵਾਂਗ ਕੋਈ ਖਾਸ ਪਰੰਪਰਾ ਨਹੀਂ ਹੈ। ਪੰਜਾਬੀ ਕਵਿਤਾ ਦੀ ਇੱਕ ਪਰੰਪਰਾ ਹੈ, ਸਾਡੇ ਕੋਲ ਕਹਾਣੀ ਦਾ ਇੱਕ ਬਹੁਤ ਵੱਡਾ ਜੀਵਨ ਅਨੁਭਵ ਪਿਆ, ਸਾਡੇ ਕੋਲੇ ਲੋਕ ਕਹਾਣੀਆਂ ਦੇ ਰੂਪ ਦੇ ਵਿੱਚ ਕਿਸੇ ਵੀ ਇੱਕ ਤਰ੍ਹਾਂ ਦਾ ਬਿਰਤਾਂਤਕ ਸਾਹਿਤ ਨੇ, ਕਹਾਣੀਆਂ ਨੇ। ਪਰ ਮੰਦੇ ਭਾਗਾਂ ਨੂੰ ਪੰਜਾਬੀ ਨਾਟਕ ਕੋਲ ਇਹੋ ਜਿਹੀ ਕੋਈ ਪਰੰਪਰਾ ਨਹੀਂ ਹੈ। ਤਾਂ ਪੰਜਾਬੀ ਨਾਟਕ ਦਾ ਪੰਜਾਬੀ ਸਭਿਅਤਾ ਦੇ ਵਿੱਚ ਜਨਮ ਇਹ ਇਸ ਦਾ ਸਭ ਤੋਂ ਪਹਿਲਾ ਵਿਕਾਸ ਹੈ। 4 ਬਹੁਤ ਛੋਟੀਆਂ ਪਰੰਪਰਾਵਾਂ ਦੇ ਅਵਸ਼ੇਸ਼ ਸਾਡੇ ਕੋਲ ਬਚੇ ਹੋਏ। ਸਾਡੇ ਕੋਲ ਸੰਸਕ੍ਰਿਤ ਨਾਟਕ ਦੀ ਇੱਕ ਪਰੰਪਰਾ ਹੈ, ਸਾਡੇ ਕੋਲ ਸਿਲੇਬਸ ਵਿੱਚ ਨਵੇਂ ਲੱਗੇ ਅੰਗਰੇਜ਼ੀ ਨਾਟਕ ਨੇ ਔਰ ਸਾਡੇ ਕੋਲ ਪਾਰਸੀ ਰੰਗਮੰਚ ਹੈ ਔਰ ਇਸ ਤੋਂ ਬਾਅਦ ਸਾਡੇ ਕੋਲ ਲੋਕ ਨਾਟਕ ਦੇ ਸੱਚੀ ਮੁੱਚੀ ਅਵਸ਼ੇਸ਼ ਨੇ। ਔਰ 20ਵੀਂ ਸਦੀ ਦੇ ਆਰ-ਪਾਰ ਪੰਜਾਬੀ ਨਾਟਕ ਅਜਿਹੀਆਂ ਬਹੁਤ ਕਮਜ਼ੋਰ ਜਿਹੀਆਂ ਪਰੰਪਰਾਵਾਂ ਤੋਂ ਆਪਣੇ ਆਪ ਨੂੰ ਪੈਦਾ ਕਰਦਾ। ਮੈਂ ਇਹ ਸ਼ਬਦ ਜਾਣਬੁੱਝ ਕੇ ਇਸਤੇਮਾਲ ਕਰ ਰਿਹਾ ਕਿ ਪੰਜਾਬੀ ਨਾਟਕ ਆਪਣੇ ਆਪ ਨੂੰ ਪੈਦਾ ਕਰਦਾ ਹੈ। ਇਹ ਸੱਚੀ ਮੁੱਚੀ ਅਜਿਹੀ ਸਥਿਤੀ ਸੀ। ਇਹ ਬਿਲਕੁਲ ਇੱਕ ਜ਼ਮੀਨ ਤਲਾਸ਼ਣ ਵਰਗੀ ਗੱਲ ਸੀ, ਖਾਸ ਤੌਰ ਤੇ 20ਵੀਂ ਸਦੀ ਦੇ ਪਹਿਲੇ ਦਹਾਕੇ ਦੇ ਵਿੱਚ ਜਦੋਂ ਭਾਈ ਵੀਰ ਸਿੰਘ, ਬਾਬਾ ਬੁੱਧ ਸਿੰਘ ਔਰ ਬੈਰਿਸਟਰ ਗੁਰਬਖਸ਼ ਸਿੰਘ ਨਾਟਕ ਲਿਖਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਅਰੂੜ ਸਿੰਘ ਤਾਇਬ ਆਪਣਾ ਪਹਿਲਾ ਨਾਟਕ ਲਿਖਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਪਹਿਲੇ ਪੰਜੇ ਦੇ ਪੰਜੇ ਨਾਟਕ ਜਿਹੜੇ ਈਸ਼ਵਰ ਚੰਦਰ ਨੰਦੇ ਤੋਂ ਲਿਖੇ ਗਏ ਨੇ ਪਹਿਲਾਂ, ਉਹ ਇੱਕ ਤਰੀਕੇ ਨਾਲ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਹੈ। ਉਹਨਾਂ ਕੋਲੇ ਕੋਈ ਨਿਰਦੇਸ਼ ਨਹੀਂ ਹੈ ਕਿ ਉਹਨਾਂ ਨੇ ਕਿਵੇਂ ਨਾਟਕ ਲਿਖਣਾ ਹੈ। ਉਹਨਾਂ ਨੂੰ ਨਾਟ ਵਿਧਾ ਦਾ ਕੋਈ ਪਤਾ ਨਹੀਂ, ਉਹਨਾਂ ਕੋਲ ਕੋਈ ਪਰੰਪਰਾ ਨਹੀਂ ਹੈ ਔਰ ਉਹਨਾਂ ਕੋਲ ਕੋਈ ਸਿਖਲਾਈ ਨਹੀਂ। ਤਾਂ ਪੰਜਾਬੀ ਨਾਟਕ ਦੀ 20ਵੀਂ ਸਦੀ ਦੇ ਪਹਿਲੇ ਦਹਾਕੇ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਇਸ ਨੇ ਆਪਣੇ ਆਪ ਨੂੰ ਜਨਮ ਦੇਣਾ ਔਰ ਇਸ ਔਕੜ ਦੇ ਵਿੱਚੋਂ ਨਿਕਲ ਕੇ ਸਾਨੂੰ ਦੂਜੇ ਦਹਾਕੇ ਦੇ ਵਿੱਚ ਈਸ਼ਵਰ ਚੰਦਰ ਨੰਦਾ ਮਿਲਦੇ ਨੇ ਔਰ ਸਾਡੇ ਚੰਗੇ ਭਾਗ ਨੇ ਕਿ ਸਾਨੂੰ ਨੋਰਾ ਰਿਚਰਡ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡੀ ਅਗਵਾਈ ਮਿਲਦੀ ਹੈ। ਤਾਂ ਹੁਣ ਵਿਕਾਸ ਦਾ ਪਹਿਲਾ ਪੜਾਅ ਈਸ਼ਵਰ ਚੰਦਰ ਨੰਦੇ ਦੇ ਨਾਲ ਆਉਂਦਾ। ਈਸ਼ਵਰ ਚੰਦਰ ਨੰਦੇ ਕੋਲ ਵੀ ਕੋਈ ਪਰੰਪਰਾ ਨਹੀਂ। ਹਾਲਾਂਕਿ ਈਸ਼ਵਰ ਚੰਦਰ ਨੰਦੇ ਤੋਂ ਪਹਿਲਾਂ 5 ਨਾਟਕ ਲਿਖੇ ਜਾ ਚੁੱਕੇ ਨੇ। ਪਾਰਸੀ ਰੰਗਮੰਚ ਦੀਆਂ ਆਲੇ ਦੁਆਲੇ ਪੇਸ਼ਕਾਰੀਆਂ ਹੋ ਰਹੀਆਂ ਨੇ, ਪਿੰਡਾਂ ਦੇ ਵਿੱਚ ਲੋਕ ਨਾਟਕ ਥੋੜਾ ਬਹੁਤ ਹੋ ਰਿਹਾ, ਭੰਡ ਤਮਾਸ਼ਿਆਂ, ਰਾਸਾਂ ਤੇ ਪਟੜੀਆਂ ਦੇ ਰੂਪ ਦੇ ਵਿੱਚ। ਪਰ ਜਿਸ ਕਿਸਮ ਦੀ ਸਿਖਲਾਈ ਈਸ਼ਵਰ ਚੰਦਰ ਨੰਦੇ ਨੂੰ ਮਿਲੀ ਹੈ ਉਸ ਦੇ ਲਈ ਇਹ ਸਾਰੇ ਦੀਆਂ ਸਾਰੀਆਂ ਪਰੰਪਰਾਵਾਂ ਬਿਲਕੁਲ ਬੇਕਾਰ ਨੇ, ਉਹ ਕੰਮ ਦੀਆਂ ਨਹੀਂ ਨੇ। ਨੰਦੇ ਨੇ, ਤੁਸੀਂ ਨੰਦੇ ਤੇ ਨੰਦੇ ਤੋਂ ਪਹਿਲਾਂ ਦੇ 5 ਨਾਟਕਾਂ ਦੇ ਵਿਚਕਾਰ ਇੱਕ ਸਪਸ਼ਟ ਰੇਖਾ ਵੇਖ ਸਕਦੇ ਹੋ, ਲਾਈਨ ਵੇਖ ਸਕਦੇ ਹੋ। ਉਹ ਹੈ ਬੋਲੀ ਦੀ ਲਾਈਨ। ਨੰਦੇ ਤੋਂ ਪਹਿਲਾਂ ਪੰਜੇ ਜਿਹੜੇ ਨਾਟਕ ਲਿਖੇ ਗਏ ਉਹ 4 ਨਾਟਕਕਾਰਾਂ ਨੇ, ਉਹਦੀ ਭਾਸ਼ਾ ਹੀ ਬਿਲਕੁਲ ਵੱਖਰੀ ਹੈ।
ਔਰ ਨੰਦਾ ਪਹਿਲੀ ਵਾਰੀ ਆਪਣੇ ਨਾਟਕ ਦੀ ਭਾਸ਼ਾ ਬਦਲ ਦਿੰਦਾ ਔਰ ਇਸ ਨੂੰ ਉਹ ਐਲੀਟ, ਏਦਾਂ ਕਹੋ ਕਿ ਪੜ੍ਹੀ ਲਿਖੀ ਸ਼੍ਰੇਣੀ ਦੇ ਵਿੱਚੋਂ ਕੱਢ ਕੇ ਆਮ ਲੋਕਾਂ ਦੀ ਭਾਸ਼ਾ ਬਣਾ ਦਿੰਦਾ, ਕਿਉਂਕਿ ਉਸਨੂੰ ਨੌਰਾ ਰਿਚਰਡ ਵੱਲੋਂ ਨਿਰਦੇਸ਼ ਹੀ ਇਹ ਮਿਲੇ ਹੋਏ ਨੇ ਕਿ ਆਪਣੀ ਬੋਲੀ ਦੇ ਵਿੱਚ ਗੱਲ ਕਰਨੀ ਹੈ, ਆਪਣੀ ਭਾਸ਼ਾ ਵਿੱਚ ਨਾਟਕ ਲਿਖਣਾ। ਤਾਂ ਇੱਥੇ ਈਸ਼ਵਰ ਚੰਦਰ ਨੰਦਾ ਨੌਰਾ ਰਿਚਰਡ ਦੇ ਇਸ ਨਿਰਦੇਸ਼ ਨੂੰ ਬਿਲਕੁਲ ਸਹੀ ਅਰਥਾਂ ਵਿੱਚ ਸਮਝਦਾ ਹੈ ਤੇ ਉਹ ਉਸ ਪੰਜਾਬੀ ਦੇ ਵਿੱਚ ਨਾਟਕ ਲਿਖਦਾ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀ ਹੈ। ਭਾਈ ਵੀਰ ਸਿੰਘ, ਗੁਰਬਖਸ਼ ਸਿੰਘ ਔਰ ਬੈਰਿਸਟਰ ਗੁਰਬਖਸ਼ ਸਿੰਘ ਜਾਂ ਅਰੂੜ ਸਿੰਘ ਤਾਇਬ, ਇਹ ਸਾਰੇ ਜਿਹੋ ਜੀ ਪੰਜਾਬੀ ਦੇ ਵਿੱਚ ਨਾਟਕ ਲਿਖ ਰਹੇ ਨੇ, ਤੁਸੀਂ ਜੇ ਉਹਨਾਂ ਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਉਸ ਵੇਲੇ ਪੈਦਾ ਹੋ ਚੁੱਕੀ ਨਵੀਂ ਮੱਧਕਾਲੀ ਕਲਾਸ ਦੇ ਲਈ ਲਿਖੇ ਗਏ ਨਾਟਕ ਨੇ। ਉਹਨਾਂ ਦੇ ਮਕਸਦ ਹੋਰ ਨੇ, ਉਹਨਾਂ ਦਾ ਮਕਸਦ ਕਿਤੇ ਨਾ ਕਿਤੇ ਸਿਲੇਬਸਾਂ 'ਚ ਲੱਗਣਾ ਹੈ। ਗਿਆਨੀ ਦੇ ਕੋਰਸ ਸ਼ੁਰੂ ਹੋ ਚੁੱਕੇ ਨੇ ਤੇ ਉਹ ਅਕਾਦਮਿਕ ਪੱਧਰ ਤੇ ਲਿਖੇ ਗਏ ਨਾਟਕ ਨੇ। ਅਸੀਂ ਉਹਨਾਂ ਨੂੰ ਅੱਜ ਬਿਲਕੁਲ ਨਾਟਕ ਨਹੀਂ ਮੰਨਦੇ, ਲੇਕਿਨ ਹਕੀਕਤ ਦੇ ਵਿੱਚ ਉਹ ਸਾਡੇ ਪਹਿਲੇ ਅਕਾਦਮਿਕ ਨਾਟਕ ਨੇ। ਤਾਂ ਕਿਤੇ ਨਾ ਕਿਤੇ ਧਰਮ ਸੁਧਾਰ ਵੀ ਉਹਨਾਂ ਦਾ ਆਸ਼ਾ ਹੈ, ਜਿਸ ਕਰਕੇ ਵੀ ਉਹਨਾਂ ਦੀ ਬੋਲੀ ਜਿਹੜੀ ਹੈ ਉਹ ਹੇਠਲੇ ਪੱਧਰ ਤੇ ਨਹੀਂ ਉਤਰ ਰਹੀ। ਜਿੱਥੇ ਪਹੁੰਚ ਕੇ ਨਾਟਕ ਲਿਖਿਆ ਜਾਂਦਾ ਹੈ, ਨਾਟਕ ਨੇ 2, 3, 4, 500 ਦਰਸ਼ਕਾਂ ਦੇ ਨਾਲ ਸਿੱਧਾ ਸੰਵਾਦ ਰਚਾਉਣਾ ਹੁੰਦਾ ਹੈ ਔਰ ਉਹ ਭਾਸ਼ਾ ਦੇ ਪੱਧਰ ਤੇ, ਬੋਲੀ ਦੇ ਪੱਧਰ ਤੇ ਇੰਨੀ ਸੰਚਾਰ ਦੀ ਕੋਈ ਇਹੋ ਜਿਹੀ ਸੰਕਟ ਖੜਾ ਨਹੀਂ ਕਰ ਸਕਦਾ ਕਿ ਉਹਦਾ ਦਰਸ਼ਕਾਂ ਨਾਲੋਂ ਰਾਬਤਾ ਟੁੱਟ ਜੇ। ਤਾਂ ਹੁਣ ਪੰਜਾਬੀ ਨਾਟਕ ਦਾ ਪਹਿਲਾ ਵਿਕਾਸ ਈਸ਼ਵਰ ਚੰਦਰ ਨੰਦੇ ਦੇ ਰਾਹੀਂ ਸਾਡੇ ਸਾਹਮਣੇ ਆਉਂਦਾ ਹੈ, ਜਦੋਂ ਨੰਦਾ ਤੇ ਬਾਅਦ ਦੇ ਉਸ ਦੇ ਸਾਥੀ ਹਰਚਰਨ ਸਿੰਘ ਦੋਨੋਂ ਰਲ ਕੇ ਆਪਣੀ ਦਰਸ਼ਕ ਮੰਡਲੀ ਪਛਾਣ ਲੈਂਦੇ ਆ। ਇਹ ਬੜੀ ਅਜੀਬ ਗੱਲ ਲੱਗੂਗੀ ਤੁਹਾਨੂੰ ਕਿ ਕੀ ਪੰਜਾਬੀ ਨਾਟਕ ਦਾ ਇਹ ਵਿਕਾਸ ਹੈ? ਨਾਟਕ ਵਿਧਾ ਦੇ ਪ੍ਰਸੰਗ ਵਿੱਚ ਇਹੀ ਵਿਕਾਸ ਹੈ। ਜੇ ਨਾਟਕਕਾਰ ਆਪਣੇ ਦਰਸ਼ਕਾਂ ਨੂੰ ਪਛਾਣ ਲੈਂਦਾ, ਦਰਸ਼ਕਾਂ ਦੀਆਂ ਲੋੜਾਂ ਨੂੰ ਸਮਝ ਲੈਂਦਾ, ਤਾਂ ਸਮਝੋ ਉਸ ਦਾ ਵਿਕਾਸ ਸ਼ੁਰੂ ਹੋ ਗਿਆ। ਈਸ਼ਵਰ ਚੰਦਰ ਨੰਦੇ ਤੋਂ ਪਹਿਲਾਂ ਚਾਰੇ ਨਾਟਕਕਾਰਾਂ ਦੇ 5 ਨਾਟਕ ਉਹ ਦਰਸ਼ਕਾਂ ਲਈ ਨਹੀਂ ਲਿਖੇ ਗਏ, ਉਹ ਪਾਠਕਾਂ ਲਈ ਲਿਖੇ ਗਏ ਨੇ। ਉਹ ਬੇਸਿਕਲੀ ਉਹਨਾਂ ਨਾਟਕਕਾਰਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੈ ਕਿ ਸਾਡੇ ਨਾਟਕ ਸਟੇਜ ਤੇ ਖੇਡੇ ਨਹੀਂ ਜਾਣਗੇ, ਤਾਂ ਉਹ ਪਾਠਕ ਨਾਲੋਂ ਟੁੱਟਣ ਦਾ ਮੋਹ ਨਹੀਂ ਤਿਆਗ ਪਾ ਰਹੇ। ਤੁਹਾਨੂੰ ਜਾਣ ਕੇ ਸਦਮਾ ਲੱਗੂਗਾ ਕਿ ਆਉਣ ਵਾਲਾ ਪੂਰਾ 100 ਸਾਲ ਪੰਜਾਬੀ ਨਾਟਕ ਕਦੇ ਵੀ ਪਾਠਕ ਨਾਲ ਟੁੱਟਣ ਦਾ ਰਿਸਕ ਨਹੀਂ ਲੈਂਦਾ। ਉਹ ਡਰਦਾ ਹੈ ਕਿ ਸਾਨੂੰ ਸਟੇਜ ਤੇ ਪੇਸ਼ ਨਹੀਂ ਕੀਤਾ ਜਾਊਗਾ। ਅੱਜ ਵੀ ਬਹੁਤੇ ਨਾਟਕ ਸਟੇਜ ਨਹੀਂ ਹੁੰਦੇ ਤੇ ਨਾਟਕਕਾਰ ਹਮੇਸ਼ਾ ਡਰਦਾ ਹੈ ਕਿ ਕਿਤੇ ਇਹ ਨਾ ਹੋਵੇ ਕੋਈ ਇਹੋ ਜਿਹਾ ਰੰਗਮੰਚੀ ਨਾਟਕ ਲਿਖ ਲਵੇ ਜਿਹੜਾ ਪਾਠਕਾਂ ਨੂੰ ਸਮਝ ਨਾ ਆਵੇ, ਜਦੋਂ ਕਿ ਨਾਟਕ ਹਮੇਸ਼ਾ ਰੰਗਮੰਚ ਲਈ ਲਿਖਿਆ ਜਾਣਾ ਚਾਹੀਦਾ। ਤਾਂ ਈਸ਼ਵਰ ਚੰਦਰ ਨੰਦਾ ਜਦੋਂ ਆਪਣੀ ਦਰਸ਼ਕ ਮੰਡਲੀ ਨੂੰ ਪਛਾਣ ਲੈਂਦਾ, ਨਾ ਸਿਰਫ ਪਛਾਣ ਲੈਂਦਾ ਬਲਕਿ ਇਸ ਦਰਸ਼ਕ ਮੰਡਲੀ ਦੇ ਨਾਲ ਅੜਨ ਦਾ ਫੈਸਲਾ ਕਰ ਲੈਂਦਾ ਕਿ ਮੈਂ ਇਸੇ ਨੂੰ ਹੀ ਮੁਖਾਤਿਬ ਹੋਣਾ ਹੈ, ਤਾਂ ਇਹ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਔਰ ਪੰਜਾਬੀ ਨਾਟਕ ਦੇ ਵਿਕਾਸ ਦਾ ਇਹ ਪਹਿਲਾ ਲੱਛਣ। ਸੁਭੱਦਰਾ ਨਾਟਕ ਨੂੰ ਪੜ੍ਹੋ ਤੁਸੀਂ ਈਸ਼ਵਰ ਚੰਦਰ ਨੰਦੇ ਨੂੰ, ਤੇ ਤੁਹਾਨੂੰ ਸਮਝ ਲੱਗੂਗਾ ਕਿ ਉਹ ਦਰਸ਼ਕਾਂ ਦੇ ਲਈ ਕਿੰਨੀ ਸਪੇਸ ਛੱਡ ਰਿਹਾ ਹੈ। ਉਹ ਲੋਕ ਗੀਤ ਇਸਤੇਮਾਲ ਕਰ ਰਿਹਾ ਹੈ, ਉਹ ਲੋਕ ਨਾਚ ਤੇ ਭੰਡ ਤਮਾਸ਼ੇ ਇਸਤੇਮਾਲ ਕਰ ਰਿਹਾ ਹੈ, ਉਹ ਹਰ ਇੱਕ ਅਜਿਹੀ ਜੁਗਤ ਸੁਭੱਦਰਾ ਦੇ ਵਿੱਚ ਅਪਣਾ ਰਿਹਾ ਹੈ ਜਿਹੜੀ ਕਿ ਦਰਸ਼ਕਾਂ ਨੂੰ ਪਕੜ ਸਕੇ। ਔਰ ਹਰਚਰਨ ਸਿੰਘ ਨੇ ਕਦੇ ਵੀ, ਲਗਾਤਾਰ 75 ਸਾਲ ਹਰਚਰਨ ਸਿੰਘ ਨੇ ਨਾਟਕਕਾਰੀ ਕੀਤੀ, ਉਹ ਕਦੇ ਵੀ ਉਸਨੇ ਆਪਣੇ ਦਰਸ਼ਕ ਨਾਲੋਂ ਟੁੱਟਣ ਦੀ ਕੋਸ਼ਿਸ਼ ਨਹੀਂ ਕੀਤੀ। ਤਾਂ ਪੰਜਾਬੀ ਨਾਟਕ ਨੰਦਾ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਦਰਸ਼ਕ ਮੰਡਲੀ ਨੂੰ ਪਛਾਣਦਾ, ਮੈਂ ਸਮਝਦਾ ਇਹ ਇੱਕ ਬੁਨਿਆਦੀ ਕੰਮ ਸੀ ਜਿਹੜਾ ਕਿ ਨੰਦੇ ਦੇ ਰੂਪ ਦੇ ਵਿੱਚ ਹੋਇਆ। ਪਰ ਨੰਦੇ ਦੇ ਯਥਾਰਥਵਾਦੀ ਮੰਚ ਦੀ ਇੱਕ ਸੀਮਾ ਸੀ, ਸ਼ਾਇਦ ਇੱਕ ਵੀ ਨਹੀਂ, ਇੱਕ ਤੋਂ ਜ਼ਿਆਦਾ ਸੀਮਾਵਾਂ ਸਨ। ਪਹਿਲੀ ਇਹ ਕਿ ਇਹ ਬਹੁਤ ਹੀ ਸਧਾਰਨ ਤੇ ਸਰਲ ਕਿਸਮ ਦਾ ਮੰਚ ਸੀ। ਇਹ ਮਨੁੱਖ ਦੇ ਸਥੂਲ ਜੀਵਨ ਨੂੰ ਤਾਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਸੀ, ਪਰ ਇਹਦੇ ਵਿੱਚ ਸੂਖਮ ਭਾਵਾਂ ਦੀ ਕੋਈ ਥਾਂ ਨਹੀਂ ਸੀ। 1940 ਤੱਕ ਪਹੁੰਚਦੇ ਯੂਰਪ ਤੋਂ ਸ਼ੁਰੂ ਹੋਈ ਅਵਾਂਗਾਰਦ ਮੂਵਮੈਂਟ ਉਹ ਭਾਰਤ ਵੀ ਪਹੁੰਚ ਜਾਂਦੀ ਹੈ, ਏਸ਼ੀਆ ਵਿੱਚ ਪਹੁੰਚਦੀ ਹੈ, ਭਾਰਤ ਵਿੱਚ ਵੀ ਪਹੁੰਚਦੀ ਹੈ। ਤਾਂ ਹੁਣ ਕਲਾਕਾਰ, ਭਾਵੇਂ ਉਹ ਪੇਂਟਰ ਸੋਭਾ ਸਿੰਘ ਸਨ, ਭਾਵੇਂ ਉਹ ਰੰਗਕਰਮੀ ਸਨ, ਭਾਵੇਂ ਉਹ ਲੇਖਕ ਸਨ ਜਿਹੜੇ ਲਾਹੌਰ ਦੇ ਵਿੱਚ ਬੈਠੇ ਸਨ, ਸਾਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ, ਉਹਨਾਂ ਸਾਰਿਆਂ ਦਾ ਇੱਕੋ ਇੱਕ ਕੰਸਰਨ ਸੀ, ਸਰੋਕਾਰ ਸੀ ਕਿ ਕਿਸੇ ਤਰੀਕੇ ਮਨੁੱਖ ਦੇ
ਅੰਦਰੂਨੀ ਜਗਤ ਨੂੰ ਬਾਹਰ ਮੰਚ ਤੇ ਪੇਸ਼ ਕੀਤਾ ਜਾ ਸਕੇ। ਔਰ ਨੰਦੇ ਦਾ ਯਥਾਰਥਵਾਦੀ ਮੰਚ ਇਸ ਚੀਜ਼ ਲਈ ਸਹਿਯੋਗ ਨਹੀਂ ਸੀ ਕਰਦਾ। ਇਹ ਯਥਾਰਥਵਾਦੀ ਮੰਚ ਦੀ ਸਦਾ ਹੀ ਮੁਸ਼ਕਲ ਰਹੀ ਹੈ ਕਿ ਇਹ ਜੀਵਨ ਦੇ ਸਥੂਲ ਰੂਪ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ, ਲੇਕਿਨ ਮਨੁੱਖ ਦੇ ਜੇ ਅੰਦਰਲੇ ਜਗਤ ਨੂੰ ਬਾਹਰ ਪੇਸ਼ ਕਰਨਾ ਹੋਵੇ ਤਾਂ ਫਿਰ ਬਹੁਤ ਮੁਸ਼ਕਲ ਹੈ, ਕਿਉਂਕਿ ਨਾਟਕ ਦੇ ਵਿੱਚ ਕਦੇ ਨਰੇਟਰ ਨਹੀਂ ਹੁੰਦਾ। ਕੋਈ ਨਰੇਟਰ ਬਿਆਨ ਕਰ ਸਕਦਾ ਹੈ ਕਿ ਮਨੁੱਖ ਦੇ ਮਨ ਵਿੱਚ ਇਹ ਵਾਪਰ ਰਿਹਾ, ਉਹ ਵਾਪਰ ਰਿਹਾ। ਔਰ ਬਲਵੰਤ ਗਾਰਗੀ ਯਥਾਰਥਵਾਦੀ ਮੰਚ ਤੋਂ ਬਿਲਕੁਲ ਹੀ ਖੁਸ਼ ਨਹੀਂ ਸੀ। ਤਾਂ 1940 ਦੇ ਵਿੱਚ ਪੰਜਾਬੀ ਨਾਟਕ ਦੂਜਾ ਵਿਕਾਸ ਕਰਦਾ ਹੈ, ਜਦੋਂ ਉਹ ਸਾਡੇ ਸਥੂਲ ਜੀਵਨ ਨਾਲੋਂ ਟੁੱਟ ਕੇ ਸੂਖਮ ਜੀਵਨ ਵੱਲ ਵੱਧਦਾ ਹੈ ਤੇ ਮਨੁੱਖ ਦੇ ਅੰਦਰ, ਔਰਤ ਮਰਦ ਦੇ ਅੰਦਰਲੇ ਭਾਵਾਂ ਨੂੰ ਮੰਚ ਤੇ ਪੇਸ਼ ਕਰਨ ਦੇ ਲਈ ਨਵੀਆਂ ਵਿਧੀਆਂ ਦੀ ਤਲਾਸ਼ ਕਰਦਾ ਹੈ। ਲੋਹਾ ਕੁੱਟ ਕੁਆਰੀ ਟੀਸੀ ਪੱਤਣ ਦੀ ਬੇੜੀ, ਇਹ ਬਲਵੰਤ ਗਾਰਗੀ ਦੇ ਪਹਿਲੇ ਮੁੱਢਲੇ ਨਾਟਕ ਨੇ। ਔਰ ਤੁਸੀਂ ਇਹਨਾਂ ਨਾਟਕਾਂ ਨੂੰ ਪੜ੍ਹ ਕੇ ਜਾਣ ਸਕਦੇ ਹੋ ਕਿ ਬਲਵੰਤ ਗਾਰਗੀ ਯਥਾਰਥਵਾਦੀ ਮੰਚ ਤੋਂ ਬੇਮੁਖ ਹੋ ਰਿਹਾ, ਕਿਉਂਕਿ ਉਸ ਨੇ ਆਪਣੇ ਪਾਤਰਾਂ ਦੇ ਅੰਦਰੂਨੀ ਘੋਲ ਨੂੰ ਬਾਹਰ ਪੇਸ਼ ਕਰਨਾ ਹੈ। ਤਾਂ ਇਸ ਦੇ ਨਾਲ ਹੁਣ ਕੀ ਹੈ ਕਿ ਪੰਜਾਬੀ ਨਾਟਕ ਦੇ ਵਿੱਚ ਪ੍ਰਯੋਗਸ਼ੀਲ ਲਹਿਰ ਦਾ ਆਗਾਜ਼ ਹੋ ਜਾਂਦਾ ਹੈ। ਇਸ ਤੋਂ ਬਾਅਦ 1940-41 ਤੋਂ ਲੈ ਕੇ 1960-65-70 ਤੱਕ ਲਗਾਤਾਰ 25-30 ਵਰੇ ਅਸੀਂ ਪੰਜਾਬੀ ਨਾਟਕ ਨੂੰ ਪ੍ਰਯੋਗਾਂ ਦੇ ਰਾਹ ਪਿਆ ਵੇਖਦੇ ਹਾਂ। ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ, ਪਰਤੋਸ਼ ਗਾਰਗੀ, ਗੁਰਦਿਆਲ ਸਿੰਘ ਫੁੱਲ, ਗੁਰਚਰਨ ਸਿੰਘ ਜਸੂਜਾ, ਹਰਸਰਨ ਸਿੰਘ, ਇਹ ਉਹ ਸਾਰੇ ਪ੍ਰਤਿਭਾਸ਼ਾਲੀ ਨਾਟਕਕਾਰ ਨੇ ਜਿਹੜੇ ਆਉਂਦੇ 20-25-30 ਸਾਲਾਂ ਤੱਕ ਵੱਡੇ ਪੱਧਰ ਤੇ ਪ੍ਰਯੋਗ ਕਰਦੇ ਨੇ ਔਰ ਪੰਜਾਬੀ ਨਾਟਕ ਨੂੰ ਨਵੀਆਂ ਪ੍ਰਗਟਾਵੇ ਦੀਆਂ ਨਵੀਆਂ ਵਿਧੀਆਂ ਨਾਲ ਭਰਪੂਰ ਕਰ ਦਿੰਦੇ ਨੇ। ਐਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਪਿਛਲੇ 1500 ਸਾਲਾਂ ਦੇ ਵਿੱਚ ਦੁਨੀਆ ਭਰ ਦੇ ਰੰਗਮੰਚ ਵਿੱਚ ਜਿੰਨੇ ਸ਼ੈਲੀਆਂ ਦੇ ਪ੍ਰਯੋਗ ਹੋਏ ਉਹ ਪੰਜਾਬੀ ਨਾਟਕ ਨੇ 29 ਸਾਲਾਂ 'ਚ ਕਰ ਮਾਰੇ। ਸ਼ਾਇਦ ਹੀ ਕੋਈ ਸ਼ੈਲੀ ਛੱਡੀ ਹੋਵੇ। ਇੱਥੋਂ ਤੱਕ ਕਿ ਐਬਸਰਡਵਾਦੀ, ਜਿਸ ਦਾ ਸਾਡੇ ਪੰਜਾਬ ਜਾਂ ਭਾਰਤ ਦੀ ਧਰਤੀ ਨਾਲ ਕੋਈ ਦੂਰ ਦੂਰ ਦਾ ਵੀ ਸੰਬੰਧ ਨਹੀਂ ਸੀ, ਪੰਜਾਬੀ ਨਾਟਕਕਾਰਾਂ ਨੇ ਐਬਸਰਡਵਾਦੀ ਨਾਟਕ ਵੀ ਲਿਖ ਮਾਰੇ। ਸ਼ਾਇਦ ਹੀ ਦੁਨੀਆ ਦੀ ਕੋਈ ਸ਼ੈਲੀ ਬਚੀ ਹੋਵੇ ਜਿਹੜੀ ਇਸ ਪ੍ਰਯੋਗਸ਼ੀਲ ਲਹਿਰ ਦੇ ਵਿੱਚ ਪੰਜਾਬੀ ਨਾਟਕਕਾਰਾਂ ਨੇ ਟਰਾਈ ਨਾ ਕੀਤੀ ਹੋਵੇ, ਉਸ ਉੱਪਰ ਕੰਮ ਨਾ ਕੀਤਾ ਹੋਵੇ। ਇਸ ਦੇ ਨਾਲ ਪੰਜਾਬੀ ਨਾਟਕ ਦੇ ਕੋਲੇ ਨਵੀਆਂ ਨਾਟ ਜੁਗਤਾਂ ਆਈਆਂ। ਇਸ ਤੋਂ ਬਾਅਦ ਪੰਜਾਬੀ ਨਾਟਕ ਦੇ ਵਿੱਚ ਉਹ ਗਹਿਰਾਈ ਆਈ ਜਿਹੜੀ ਕਿਸੇ ਕਲਾ ਨੂੰ ਲੰਬੇ ਸਮੇਂ ਤੱਕ ਸਰਵਾਈਵ ਕਰਨ ਦੇ ਲਈ, ਜਿਉਂਦੇ ਰਹਿਣ ਦੇ ਲਈ ਚਾਹੀਦੀ ਹੁੰਦੀ ਹੈ। ਤੁਸੀਂ ਨੰਦੇ ਦੇ ਮੁਕਾਬਲੇ ਬਲਵੰਤ ਗਾਰਗੀ ਤੇ ਉਸ ਦੇ ਸਾਥੀ ਪ੍ਰਯੋਗ ਨਾਟਕਕਾਰਾਂ ਦੇ ਨਾਟਕ ਦੀ ਜੇ ਤੁਲਨਾ ਕਰੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਸਭ ਤੋਂ ਵੱਡੇ ਫਰਕ ਦੋ ਹੀ ਨੇ। ਇੱਕ ਇਹ ਕਿ ਵਿਧੀਆਂ ਦੀ ਬਹੁਤਾਤ ਹੈ ਪ੍ਰਯੋਗਸ਼ੀਲ ਲਹਿਰ ਦੇ ਵਿੱਚ। ਦੂਜਾ, ਇਹ ਨਾਟਕ ਲਗਾਤਾਰ ਮਨੁੱਖ ਦੇ ਅੰਦਰਲੇ ਜਗਤ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ। ਕਪੂਰ ਸਿੰਘ ਘੁੰਮਣ ਤੇ ਹਰਸਰਨ ਸਿੰਘ ਨੇ ਤਾਂ ਅਜਿਹੇ ਨਾਟਕ ਲਿਖੇ ਜਿਸ ਦਾ ਸੰਬੰਧ ਅਗਾਂਹ ਮਨੁੱਖ ਦੇ ਮਨੋਵਿਗਿਆਨ ਨਾਲ ਵੀ ਨਹੀਂ, ਬਲਕਿ ਸਾਡੇ ਦਾਰਸ਼ਨਿਕ ਜੀਵਨ ਦੇ ਨਾਲ। ਪਰਤੋਸ਼ ਗਾਰਗੀ ਦੇ ਨਾਟਕ ਤੁਸੀਂ ਪੜ੍ਹੋ, ਲੁਕ ਛਿਪ ਜਾਣਾ, ਹਰਸਰਨ ਸਿੰਘ ਦਾ ਉਦਾਸ ਲੋਕ, ਇਹ ਸਾਰੇ ਉਹ ਨਾਟਕ ਨੇ ਜਿਹੜੇ ਸਾਡੇ ਜੀਵਨ ਨੂੰ ਫਿਲਾਸਫੀਕਲ ਪੱਧਰ ਤੇ ਜਾ ਕੇ ਵਿਚਾਰਦੇ ਨੇ, ਦਾਰਸ਼ਨਿਕ ਪੱਧਰ ਤੇ ਜਾ ਕੇ ਵਿਚਾਰਦੇ ਨੇ। ਰਚਨਾ ਰਾਮ ਬਣਾਈ ਨਾਟਕ ਬਹੁਤ ਖੂਬਸੂਰਤ ਨਾਟਕ ਹੈ। ਗੁਰਦਿਆਲ ਸਿੰਘ ਫੁੱਲ ਨੇ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਔਰ ਇਹ ਚਿੰਨਵਾਦੀ ਸ਼ੈਲੀ ਦੇ ਪ੍ਰਯੋਗ ਵੀ ਨੇ, ਇਹ ਅਸਤਿਤਵਵਾਦੀ ਸ਼ੈਲੀ ਦੇ ਪ੍ਰਯੋਗ ਵੀ ਨੇ, ਇਹ ਅਬਸਰਡਵਾਦੀ ਸ਼ੈਲੀ ਦੇ ਪ੍ਰਯੋਗ ਵੀ ਨੇ। ਸੁਰਜੀਤ ਸਿੰਘ ਸੇਠੀ ਦੇ ਨਾਟਕਾਂ ਵਿੱਚ ਦਰਸ਼ਨ ਜਿਹੜਾ ਹੈ ਉਹ ਪ੍ਰਯੋਗਵਾਦੀ ਸ਼ੈਲੀ ਦੇ ਪੱਧਰ ਦੇ ਉੱਤੇ ਹੈ ਤੇ ਅਬਸਰਡਵਾਦੀ ਕਿੰਗ ਮਿਰਜ਼ਾ ਤੇ ਸਪੇਰਾ, ਹਾਲਾਂਕਿ ਮੈਂ ਇਸ ਨੂੰ ਅਬਸਰਡਵਾਦੀ ਨਾਟਕ ਨਹੀਂ ਮੰਨਦਾ, ਲੇਕਿਨ ਇਹ ਉਸੇ ਪੱਧਰ ਤੇ ਜਾ ਕੇ ਜੀਵਨ ਨੂੰ ਬਿਆਨ ਕਰਦਾ ਹੈ ਜਿਸ ਪੱਧਰ ਦੇ ਉੱਪਰ ਸੈਮੂਅਲ ਬੈਕਟ ਨੇ ਆਪਣੇ ਨਾਟਕ ਵੇਟਿੰਗ ਫਾਰ ਗੋਦੋ ਦੇ ਵਿੱਚ ਕੀਤਾ। ਤਾਂ ਇਹ ਸਾਰੇ ਦੇ ਸਾਰੇ 30 ਸਾਲਾਂ ਦੇ ਅਰਸੇ ਦੌਰਾਨ ਪੰਜਾਬੀ ਨਾਟਕ ਦੂਜਾ ਬਹੁਤ ਵੱਡਾ ਪੜਾਅ ਲੰਘਦਾ ਹੈ ਵਿਕਾਸ ਦਾ। ਇਹ ਹੈ ਕਿ ਹੁਣ ਇਹਦੇ ਕੋਲੇ ਵਿਧੀਆਂ ਦੀ ਵੰਨ ਸੁਵੰਨਤਾ ਔਰ ਇਹ ਮਨੁੱਖ ਦੇ ਅੰਦਰ ਝਾਤੀ ਮਾਰਨ ਦੇ ਸਮਰੱਥ ਹੋ ਚੁੱਕਿਆ। ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਸਾਹਿਤ ਦੇ ਮੁਕਾਬਲੇ ਨਾਟਕ ਦੇ ਵਿੱਚ ਮਨੁੱਖ ਦੇ ਅੰਦਰ ਝਾਤੀ ਮਾਰਨ ਦੇ ਸਕੋਪ ਬਹੁਤ ਘੱਟ ਨੇ, ਸੰਭਾਵਨਾ ਬਹੁਤ ਘੱਟ ਹੈ। ਕਿਉਂਕਿ ਨਾਟਕ ਦੇ ਵਿੱਚ ਨਰੇਟਰ ਨਹੀਂ ਹੈ। ਇੱਕ ਨਾਵਲਕਾਰ ਦੇ ਲਈ ਬਹੁਤ ਸੌਖਾ ਹੈ, ਇੱਕ ਕਹਾਣੀਕਾਰ ਦੇ ਲਈ ਬਹੁਤ ਸੌਖਾ ਹੈ ਕਿ ਉਹ ਸਫ਼ਿਆਂ ਦੇ ਸਫ਼ੇ ਭਰ ਦੇਵੇ ਕਿ ਉਸ ਦੇ ਪਾਤਰ ਦੇ ਮਨ ਵਿੱਚ ਕੀ ਚੱਲ ਰਿਹਾ,
ਲੇਕਿਨ ਨਾਟਕਕਾਰ ਤਾਂ ਆਪਣੇ ਵੱਲੋਂ ਇੱਕ ਸ਼ਬਦ ਨਹੀਂ ਕਹਿ ਸਕਦਾ। ਉਸਨੇ ਤਾਂ ਜੋ ਕੁਝ ਕਹਿਣਾ ਉਹ ਸਟੇਜ ਦੇ ਉੱਤੇ ਪਾਤਰਾਂ ਦੇ ਵਿਹਾਰ ਦੇ ਰਾਹੀਂ ਪ੍ਰਗਟ ਹੋਣਾ। ਇਸ ਤਰੀਕੇ ਸਾਹਿਤ ਦੇ ਬਾਕੀ ਰੂਪਾਂ ਦੇ ਮੁਕਾਬਲੇ ਨਾਟਕ ਦੇ ਵਿੱਚ ਕੁਝ ਵੀ ਕਹਿਣਾ ਅੰਦਰੂਨੀ ਜਗਤ ਦੇ ਬਾਰੇ, ਮਨੁੱਖ ਦੇ ਭਾਵਾਂ ਦੇ ਬਾਰੇ, ਮਨੁੱਖ ਦੇ ਅੰਦਰਲੀਆਂ ਸਥਿਤੀਆਂ ਦੇ ਬਾਰੇ, ਟੁੱਟ ਭੱਜ ਦੇ ਬਾਰੇ, ਉਸ ਦੀ ਦਵੰਦ ਦੇ ਬਾਰੇ ਬਹੁਤ ਔਖਾ। ਔਰ ਪੰਜਾਬੀ ਨਾਟਕ ਨੇ ਦੂਜੇ ਪੜਾਅ ਦੇ ਉੱਤੇ ਬੜੀ ਸਫਲਤਾ ਦੇ ਨਾਲ ਇਸ ਮੁਸ਼ਕਲ ਨੂੰ ਨਜਿੱਠਿਆ। ਪਰ ਇਸੇ ਹੀ ਸਮੇਂ ਦੌਰਾਨ ਇੱਕ ਹੋਰ ਵੀ ਪੰਜਾਬੀ ਨਾਟਕ ਦੇ ਵਿਕਾਸ ਦਾ ਪਛਾਣ ਚਿੰਨ੍ਹ ਤੁਹਾਨੂੰ ਮਿਲ ਸਕਦਾ। ਉਹ ਇਹ ਸੀ ਕਿ ਜਿੰਨਾ ਇਹ ਪ੍ਰਯੋਗਵਾਦੀ ਨਾਟਕ ਸੀ, ਇਹ ਵੱਡੇ ਸ਼ਹਿਰਾਂ 'ਚ ਹੋ ਰਿਹਾ ਸੀ। ਇਹ ਸ਼ਿਮਲੇ, ਪਟਿਆਲੇ, ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਇਹ ਨਾਟਕ ਖੇਡਿਆ ਜਾ ਰਿਹਾ ਸੀ। ਔਰ ਜੇ ਲਿਖਿਆ ਜਾ ਰਿਹਾ ਸੀ ਤਾਂ ਆਮ ਲੋਕ ਇਸ ਨੂੰ ਉਸ ਪੱਧਰ ਤੇ ਪੜ੍ਹ ਨਹੀਂ ਸੀ ਪਾ ਰਹੇ, ਕਿਉਂਕਿ ਇਹ ਰੰਗਮੰਚ ਲਈ ਲਿਖਿਆ ਨਾਟਕ ਸੀ ਔਰ ਇਸ ਦਾ ਮਨੋਵਿਗਿਆਨਕ ਤੇ ਦਾਰਸ਼ਨਿਕ ਪੱਧਰ ਬਹੁਤ ਉੱਚਾ ਸੀ। ਆਮ ਬੰਦਿਆਂ ਤੱਕ ਪੰਜਾਬੀ ਨਾਟਕ ਤੇ ਰੰਗਮੰਚ ਨਹੀਂ ਸੀ ਪਹੁੰਚ ਰਿਹਾ। ਔਰ ਪੰਜਾਬੀ ਨਾਟਕ ਨੇ ਇਹ ਮਸਲਾ ਵੀ ਹੱਲ ਕੀਤਾ ਇਪਟਾ ਦੇ ਰਾਹੀਂ। ਹੁਣ ਇਪਟਾ ਦੀ ਲਹਿਰ ਸ਼ੁਰੂ ਹੋ ਜਾਂਦੀ ਹੈ 1950 ਦੇ ਆਸ-ਪਾਸ, ਔਰ ਇਸ ਦੇ ਨਾਲ ਨਾਟਕ ਪਿੰਡਾਂ ਵਿੱਚ ਵੀ ਪਹੁੰਚਦਾ ਹੈ। ਤੇਰਾ ਸਿੰਘ ਚੰਨ, ਸ਼ੀਲਾ ਭਾਟੀਆ, ਹੁਕਮਚੰਦ ਖਲੀਲੀ, ਜੋਗਿੰਦਰ ਬਾਹਰਲਾ, ਇਹ ਉਪੇਰੇ ਲਿਖਦੇ ਨੇ ਤੇ ਉਹਨਾਂ ਉਪੇਰਿਆਂ ਦੇ ਨਾਲ ਰੰਗਮੰਚ ਦੀ ਕਲਾ ਨੂੰ ਪਿੰਡ-ਪਿੰਡ ਪਹੁੰਚਾ ਦਿੰਦੇ ਨੇ। ਉਹਨਾਂ ਦਾ ਬਹੁਤਾ ਜਿਹੜਾ ਟਾਰਗੇਟ ਆਡੀਅנס ਸੀ ਇਪਟਾ ਲਹਿਰ ਦੀ, ਉਹ ਆਮ ਲੋਕ ਸਨ, ਉਹ ਕਿਰਤੀ ਕਿਸਾਨ ਸਨ, ਮਜ਼ਦੂਰ ਸਨ। ਇਹ ਠੀਕ ਹੈ ਕਿ ਉਹਨਾਂ ਦੀ ਇਹ ਵਿਚਾਰਧਾਰਕ ਲੋੜ ਸੀ, ਲੇਕਿਨ ਇਸ ਦੇ ਨਾਲ ਪੰਜਾਬੀ ਨਾਟਕ ਪ੍ਰਯੋਗਵਾਦੀ ਲਹਿਰ ਦੇ ਵਿੱਚ ਜਿਹੜੀ ਕਮੀ ਰਹਿ ਗਈ ਸੀ ਉਸ ਨੂੰ ਵੀ ਨਾਲੋਂ ਨਾਲ ਪੂਰਾ ਕਰ ਰਿਹਾ ਸੀ। ਤਾਂ ਇਹ ਵੀ ਪੰਜਾਬੀ ਨਾਟਕ ਦਾ ਵਿਕਾਸ ਦਾ ਇੱਕ ਬਹੁਤ ਵੱਡਾ ਚਿੰਨ੍ਹ। ਭਾਵੇਂ ਇਪਟਾ ਲਹਿਰ ਦੇ ਲਈ ਲਿਖੇ ਗਏ ਨਾਟਕ ਜਿਹੜੇ ਨੇ ਉਹ ਨਾਟਕੀ ਇਤਿਹਾਸ ਦਾ ਹਿੱਸਾ ਨਹੀਂ ਬਣ ਪਾਏ, ਕੁਝ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਨੇ, ਲੇਕਿਨ ਉਹਨਾਂ ਦੀ ਪੰਜਾਬੀ ਨਾਟਕ ਦੇ ਵਿਕਾਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੈ। ਤਾਂ ਇਸ ਤੋਂ ਬਾਅਦ ਪੰਜਾਬੀ ਨਾਟਕ ਇੱਕ ਬਹੁਤ ਹੀ ਛੋਟੇ ਜਿਹੇ ਉਦਮ ਦੇ ਨਾਲ ਆਪਣੀ ਇੱਕ ਵੱਡੀ ਕਮੀ ਨੂੰ ਪੂਰਾ ਕਰਦਾ ਹੈ। ਮੈਂ ਇਹ ਕਮੀ ਸ਼ਬਦ ਵਾਰ-ਵਾਰ ਇਸ ਕਰਕੇ ਇਸਤੇਮਾਲ ਕਰ ਰਿਹਾ ਕਿਉਂਕਿ ਪੰਜਾਬੀ ਨਾਟਕ ਦੇ ਕੋਲ ਕੋਈ ਬਾਪ ਦਾਦੇ ਦਾ ਖਜ਼ਾਨਾ ਨਹੀਂ ਮਿਲਿਆ। ਪੰਜਾਬੀ ਨਾਟਕ ਨੂੰ ਕੋਈ ਪਰੰਪਰਾ ਨਹੀਂ ਮਿਲੀ ਕਿ ਪਰੰਪਰਾ ਵਿੱਚ ਹੀ ਇੰਨਾ ਕੁਝ ਪਿਆ ਸੀ ਕਿ ਪੰਜਾਬੀ ਨਾਟਕ ਨੇ ਸਾਰਾ ਕੁਝ ਚੁੱਕ ਕੇ ਵਰਤ ਲਿਆ। ਨਹੀਂ, ਪੰਜਾਬੀ ਨਾਟਕ ਤਾਂ ਆਪਣੇ ਪੈਰਾਂ ਤੇ ਆਪ ਖੜੇ ਹੋਣ ਵਰਗੇ ਮਨੁੱਖਾਂ ਵਰਗਾ ਹੈ, ਜਿਸ ਨੂੰ ਵਿਰਸੇ 'ਚ ਕੁਝ ਨਹੀਂ ਮਿਲਿਆ। ਉਸਨੇ ਸਾਰਾ ਕੁਝ ਪੈਦਾ ਕੀਤਾ ਹੈ। ਪੰਜਾਬੀ ਨਾਟਕ ਆਪਣਾ ਵਿਰਸਾ ਵੀ ਆਪ ਪੈਦਾ ਕਰ ਰਿਹਾ ਸੀ। ਤਾਂ ਹੁਣ ਉਸਨੇ ਆਪਣੇ ਵਿੱਚੋਂ ਆਪਣੀ ਇੱਕ ਹੋਰ ਕਮੀ ਪੂਰੀ ਕੀਤੀ। ਉਹ ਇਹ ਸੀ ਕਿ 1960 ਤੱਕ ਦੇ ਪੰਜਾਬੀ ਨਾਟਕ ਦੇ ਵਿੱਚ ਕੋਈ ਜ਼ਿਕਰਯੋਗ ਜਾਂ ਪਛਾਣਨਯੋਗ ਨਾਇਕ ਦੀ ਹੋਂਦ ਨਹੀਂ ਹੈ। ਜੇ ਤੁਸੀਂ ਈਸ਼ਵਰ ਚੰਦਰ ਨੰਦਾ ਤੇ ਸਾਰੀ ਪ੍ਰਯੋਗਸ਼ੀਲ ਲਹਿਰ ਨੂੰ ਸਟੱਡੀ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਪੰਜਾਬੀ ਨਾਟਕ ਦੇ ਵਿੱਚ ਨਾਇਕ ਦੀ ਅਣਹੋਂਦ ਹੈ। ਸਿਰਫ ਇੱਕ ਨਾਟਕ ਹੈ ਜਿਸ ਦੇ ਵਿੱਚ ਇੱਕ ਨਾਇਕ ਦੀ ਉਗੜਵੀਂ ਹੋਂਦ ਹੈ, ਉਹ ਹੈ ਹਰਚਰਨ ਸਿੰਘ ਦਾ ਨਾਟਕ ਰੱਤਾ ਸਾਲੂ। ਇਸ ਤੋਂ ਬਿਨਾਂ ਤੁਹਾਨੂੰ ਪ੍ਰੋਟੈਗਨਿਸਟ ਤਾਂ ਲੱਭੂਗਾ, ਲੇਕਿਨ ਨਾਇਕ ਦੀ ਬਹੁਤ ਕਮਜ਼ੋਰ ਹੋਂਦ ਹੈ। ਇਹ ਹੋਂਦ ਜਿਹੜੀ ਹੈ ਆ ਕੇ ਪੰਜਾਬੀ ਦਾ ਸ਼ਤਾਬਦੀ ਨਾਟਕ ਪੂਰਾ ਕਰਦਾ ਹੈ। 1960 ਦੇ ਆਸ-ਪਾਸ ਗੁਰੂ ਸਾਹਿਬਾਨਾਂ ਦੀਆਂ ਜੀਵਨ ਸ਼ਤਾਬਦੀਆਂ ਸ਼ੁਰੂ ਹੋ ਜਾਂਦੀਆਂ ਨੇ। ਪੰਜਾਬ ਸਰਕਾਰ ਉਦਮ ਕਰਦੀ ਹੈ, ਸਿੱਖ ਸੰਸਥਾਵਾਂ ਉਦਮ ਕਰਦੀਆਂ ਨੇ, ਤਾਂ ਬਹੁਤ ਗਿਣਤੀ ਦੇ ਵਿੱਚ ਘੱਟੋ ਘੱਟ 3 ਦਰਜਨ ਦੇ ਕਰੀਬ ਵੱਡੇ ਨਾਟਕ ਅਜਿਹੇ ਲਿਖੇ ਜਾਂਦੇ ਨੇ ਜਿਹੜੇ ਗੁਰੂ ਸਾਹਿਬਾਂ ਦੇ ਜੀਵਨ ਨੂੰ ਪੇਸ਼ ਕਰਦੇ ਨੇ ਤੇ ਉਹਨਾਂ ਨੂੰ ਨਾਇਕ ਬਣਾ ਕੇ ਪੇਸ਼ ਕਰਦੇ ਨੇ। ਜੇ ਤੁਸੀਂ ਇੱਕ ਲਾਈਨ ਖਿੱਚਣੀ ਚਾਹੋ ਤਾਂ ਸ਼ਤਾਬਦੀ ਨਾਟਕ ਤੋਂ ਪਹਿਲਾਂ ਨਾਇਕ ਨਹੀਂ ਹੈ, ਲੇਕਿਨ ਇਸ ਤੋਂ ਬਾਅਦ ਪੰਜਾਬੀ ਨਾਟਕ ਕੋਲ ਬਹੁਤ ਤਾਕਤਵਰ ਨਾਇਕ ਹੈ ਤੇ ਪੰਜਾਬੀ ਨਾਟਕ ਨੂੰ ਇਹ ਨਾਇਕ ਜਿਹੜਾ ਹੈ ਉਹ ਸ਼ਤਾਬਦੀ ਨਾਟਕ ਦੇ ਵਿੱਚੋਂ ਮਿਲਦਾ ਹੈ। ਔਰ ਉਹਦੇ ਕੋਲ ਮਾਡਲ ਜਿਹੜਾ ਹੈ ਉਹ ਗੁਰੂ ਸਾਹਿਬਾਨਾਂ ਵਾਲਾ ਮਾਡਲ ਹੈ। ਭਾਵੇਂ ਇਸ ਨਾਇਕ ਦੀ ਲੜਾਈ ਅਗਾਂਹ ਚੱਲ ਕੇ ਦੇਖਾਂਗੇ ਕਿ ਆਰਥਿਕ ਵੀ ਹੈ, ਪਰ ਮਾਡਲ ਉਹਦੇ ਕੋਲੇ ਗੁਰੂ ਸਾਹਿਬਾਨਾਂ ਵਾਲਾ, ਭਾਗੋ ਲਾਲੋ ਮਾਡਲ ਆ ਉਹਦੇ ਕੋਲ। ਇਸ ਤੋਂ ਇਲਾਵਾ ਸ਼ਤਾਬਦੀ ਨਾਟਕ ਦੇ ਵਿੱਚ ਕੁਝ ਵਿਧੀਆਂ ਦੇ ਵੀ ਕਮਾਲ ਪ੍ਰਯੋਗ ਹੁੰਦੇ ਨੇ, ਕਿਉਂਕਿ ਇਹ ਇੱਕ ਬੰਦਸ਼ ਸੀ ਕਿ ਗੁਰੂ ਸਾਹਿਬਾਨਾਂ ਨੂੰ ਸਟੇਜ ਤੇ ਪ੍ਰਸਤੁਤ ਨਹੀਂ ਕੀਤਾ ਜਾ ਸਕਦਾ, ਪੇਸ਼ ਨਹੀਂ ਕੀਤਾ ਜਾ ਸਕਦਾ, ਕੋਈ ਬੰਦਾ ਉਹਨਾਂ ਦਾ ਰੋਲ ਨਹੀਂ ਕਰ ਸਕਦਾ। ਤਾਂ ਇਸ ਚੀਜ਼ ਨੂੰ ਨਜਿੱਠਣ ਲਈ ਨਾਟਕਕਾਰਾਂ ਨੇ ਨਾਇਕ ਸਟੇਜ ਤੇ ਹਾਜ਼ਰ ਨਹੀਂ ਹੈ, ਲੇਕਿਨ ਇਸ ਦੇ ਬਾਵਜੂਦ ਵੀ ਕਈ ਵਿਧੀਆਂ ਵਰਤ ਕੇ ਉਹਨਾਂ ਨੇ ਉਸ ਦੀ ਸਟੇਜ ਦੇ ਉੱਪਰ ਪ੍ਰੈਜ਼ੈਂਸ ਨੂੰ, ਪੇਸ਼ਕਾਰੀ ਨੂੰ ਬਹੁਤ ਯਕੀਨੀ ਬਣਾਇਆ। ਔਰ ਇਹ ਕਈ ਤਕਨੀਕਾਂ ਨੇ, ਕਿਤੇ ਉਹ ਰੋਸ਼ਨੀ ਦੇ ਰੂਪ ਵਿੱਚ ਪ੍ਰਗਟ ਹੋ ਰਹੇ ਨੇ, ਕਿਤੇ ਪਿੱਠ ਭੂਮੀ ਤੋਂ ਆਵਾਜ਼ ਆ ਰਹੀ ਹੈ, ਕਿਤੇ ਉਹਨਾਂ ਦਾ ਬਹੁਤ ਕਰੀਬੀ ਭਗਤ ਜਿਹੜਾ ਹੈ ਉਹ ਉਹਨਾਂ ਦੀ ਫਿਲਾਸਫੀ ਦਾ ਬਿਆਨ ਕਰ ਰਿਹਾ ਹੈ, ਕਿਤੇ ਕਿਤੇ ਟਕਰਾਅ ਦੇ ਵਿੱਚੋਂ ਕਰੈਕਟਰ ਨਿਖੜ ਕੇ ਸਾਹਮਣੇ ਆ ਰਿਹਾ। ਬਹੁਤ ਵਿਧੀਆਂ ਦੇ ਇਸਤੇਮਾਲ ਹੋਏ। ਇਸ ਦੇ ਨਾਲ ਵਿਧੀਆਂ ਦੇ ਜਿਹੜੇ ਵਿਕਾਸ ਹੋਏ ਉਹ ਵੀ ਪੰਜਾਬੀ ਨਾਟਕ ਦੇ ਲਈ ਅਗਾਂਹ ਚੱਲ ਕੇ ਬਹੁਤ ਕੰਮ ਦੇ ਸਾਬਤ ਹੋਏ।
ਇੱਥੇ ਮੈਂ ਦੋ ਚੀਜ਼ਾਂ ਵੱਲ ਤੁਹਾਡਾ ਹੋਰ ਧਿਆਨ ਦਿਵਾਉਣਾ ਚਾਹਾਂਗਾ ਕਿ ਪੰਜਾਬੀ ਨਾਟਕ ਦੇ ਕੋਲੇ ਕਿਉਂਕਿ ਪਰੰਪਰਾ ਕੋਈ ਨਹੀਂ ਸੀ, ਤਾਂ ਪੰਜਾਬੀ ਨਾਟਕ ਨੂੰ ਵਿਧੀਆਂ ਦੀ ਤਲਾਸ਼ ਇਹ ਸਭ ਤੋਂ ਵੱਡਾ ਸੰਕਟ ਸੀ। ਹਰੇਕ ਰੰਗਮੰਚੀ ਕਲਾ ਨੂੰ, ਹਰੇਕ ਨਾਟਕ ਕਲਾ ਨੂੰ, ਜਾਂ ਇੱਦਾਂ ਕਹੋ ਕਿ ਹਰੇਕ ਪ੍ਰਦਰਸ਼ਨੀ ਕਲਾ ਨੂੰ ਸਟੇਜ ਦੇ ਉੱਪਰ ਭਾਵਨਾਵਾਂ ਦੀ ਪੇਸ਼ਕਾਰੀ ਲਈ ਹਮੇਸ਼ਾ ਕੁਝ ਨਾ ਕੁਝ ਨਵੀਆਂ ਵਿਧੀਆਂ ਦੀ ਤਲਾਸ਼ ਹੁੰਦੀ ਹੈ, ਜਿੱਥੇ ਇਹ ਵਿਧੀਆਂ ਦਰਸ਼ਕਾਂ ਨਾਲ ਸੰਚਾਰ ਬਣਾ ਸਕਦੀਆਂ ਹੋਣ, ਉੱਥੇ ਇਹ ਤਕਨੀਕੀ ਤੌਰ ਤੇ ਵੀ ਬਹੁਤ ਸੋਲਿਡ ਹੋਣੀਆਂ ਚਾਹੀਦੀਆਂ ਨੇ, ਮਜ਼ਬੂਤ ਹੋਣੀਆਂ ਚਾਹੀਦੀਆਂ ਨੇ। ਲੇਕਿਨ ਇਹ ਇੰਨੀਆਂ ਕੁ ਓਪਰੀਆਂ ਵਿਧੀਆਂ ਨਹੀਂ ਹੋ ਸਕਦੀਆਂ ਕਿ ਦਰਸ਼ਕਾਂ ਨਾਲ ਸੰਚਾਰ ਦਾ ਸੰਕਟ ਖੜਾ ਹੋ ਜੇ। ਬਲਵੰਤ ਗਾਰਗੀ ਨੇ ਪੰਜਾਬੀ ਜੀਵਨ ਤੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਆਮ ਵਰਤੋਂ ਵਿਹਾਰ ਨੇ, ਜੋ ਲੋਕਾਂ ਦੀ ਸਰੀਰਕ ਭਾਸ਼ਾ ਹੈ, ਜਾਂ ਜੋ ਸਾਡੇ ਰਿਚੁਅਲਸ ਨੇ, ਸਾਡੇ ਆਲੇ ਦੁਆਲੇ ਦੀਆਂ ਰਸਮਾਂ ਰਿਵਾਜ, ਰੀਤੀ ਰਿਵਾਜ ਨੇ, ਬਲਵੰਤ ਗਾਰਗੀ ਨੇ ਉਹਨਾਂ ਨੂੰ ਹੀ ਵਿਧੀ ਬਣਾ ਕੇ ਆਪਣੇ ਨਾਟਕਾਂ ਦੇ ਵਿੱਚ ਇਸਤੇਮਾਲ ਕੀਤਾ। ਜਦੋਂ ਕਿ ਬਾਕੀ ਪ੍ਰਯੋਗਸ਼ੀਲ ਲਹਿਰ ਦੇ ਵਿੱਚ ਕਪੂਰ ਸਿੰਘ ਘੁੰਮਣ ਤੇ ਸੁਰਜੀਤ ਸਿੰਘ ਸੇਠੀ ਬਾਹਰਲੇ ਨਾਟਕਾਂ ਦੇ ਵਿੱਚੋਂ, ਬਾਹਰਲੇ ਰੰਗਮੰਚ ਵਿੱਚੋਂ, ਪੱਛਮੀ ਰੰਗ ਦੇ ਵਿੱਚੋਂ ਕੁਝ ਵਿਧੀਆਂ ਲੈ ਕੇ ਆਉਂਦੇ ਨੇ, ਬਲਵੰਤ ਗਾਰਗੀ ਪੰਜਾਬੀ ਜੀਵਨ ਦੇ ਵਿੱਚੋਂ ਵੀ ਵਿਧੀਆਂ ਦੀ ਤਲਾਸ਼ ਕਰਦਾ ਹੈ, ਔਰ ਬਾਅਦ ਦੇ ਵਿੱਚ ਇਹੀ ਸ਼ਤਾਬਦੀ ਨਾਟਕ ਕਰਦਾ। ਸ਼ਤਾਬਦੀ ਨਾਟਕ ਦਾ ਇਹ ਵੀ ਇੱਕ ਵਾਧਾ ਹੈ ਕਿ ਸ਼ਤਾਬਦੀ ਨਾਟਕ ਜਿੰਨੀਆਂ ਵੀ ਵਿਧੀਆਂ ਦਾ ਵਿਕਾਸ ਕਰਦਾ ਉਹ ਬਿਲਕੁਲ ਓਰੀਜਨਲ ਨੇ, ਉਹ ਮੌਲਿਕ ਨੇ, ਕਿਉਂਕਿ ਇਹ ਸਮੱਸਿਆ ਕਿ ਗੁਰੂ ਨਾਇਕ ਨੂੰ ਸਟੇਜ ਤੇ ਪ੍ਰਸਤੁਤੀ ਨਹੀਂ ਕਰਨਾ, ਔਰ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਜਿਹੜੀ ਨਾਇਕ ਨੂੰ ਕਿਸੇ ਵੀ ਤਰੀਕੇ ਉਸਦੇ ਅਕਸ ਨੂੰ ਢਾਹ ਲਾਵੇ ਜਾਂ ਉਹਦੀ ਇਮੇਜ ਨੂੰ ਖਰਾਬ ਕਰੇ। ਤਾਂ ਇਹ ਸਾਰੇ ਦੀਆਂ ਸਾਰੀਆਂ ਮੌਲਿਕ ਵਿਧੀਆਂ ਨੇ। ਅਗਾਂਹ ਚੱਲ ਕੇ ਇਹਨਾਂ ਵਿਧੀਆਂ ਨੂੰ ਲਘੂ ਨਾਟਕ ਨੇ ਤੇ ਪੰਜਾਬੀ ਇਕਾਂਗੀ ਨੇ ਬਹੁਤ ਵੱਡੇ ਪੱਧਰ ਤੇ ਇਸਤੇਮਾਲ ਕੀਤਾ। ਤਾਂ ਇਹ ਤੀਜਾ ਪੜਾਅ ਹੈ ਜਿਹੜਾ ਅਸੀਂ ਸ਼ਤਾਬਦੀ ਨਾਟਕ ਦੇ ਰਾਹੀਂ ਪੰਜਾਬੀ ਨਾਟਕ ਦੇ ਵਿੱਚ ਵਿਕਾਸ ਹੁੰਦਾ ਦੇਖਦੇ ਹਾਂ, ਜਾਂ ਵਿਕਾਸ ਦਾ ਪੜਾਅ ਕਹਿ ਸਕਦੇ ਹਾਂ। ਹੁਣ ਤੱਕ ਪੰਜਾਬੀ ਨਾਟਕ ਦੋ ਪੜਾਅ ਲੰਘ ਕੇ ਆਇਆ, ਇੱਕ ਹੋਰ ਨਜ਼ਰੀਏ ਤੋਂ, ਜਿਸ ਨੂੰ ਡਾਕਟਰ ਸਤੀਸ਼ ਵਰਮਾ ਵਰਗੇ ਵਿਦਵਾਨਾਂ ਨੇ ਇਸ ਤਰੀਕੇ ਨਾਲ ਬਿਆਨ ਕੀਤਾ ਕਿ ਯਥਾਰਥਵਾਦ ਦੇ ਦੌਰ ਵਿੱਚ, ਈਸ਼ਵਰ ਚੰਦਰ ਨੰਦਾ ਦੇ ਦੌਰ ਤੱਕ ਪੰਜਾਬੀ ਨਾਟਕ ਦਾ ਜਿਹੜਾ ਵਿਹਾਰ ਹੈ ਉਹ ਨਿਰਾ ਸੁਧਾਰਵਾਦੀ ਵਿਹਾਰ ਹੈ, ਔਰ ਦੂਜੇ ਪੜਾਅ ਦੇ ਉੱਪਰ ਪੰਜਾਬੀ ਨਾਟਕ ਜਿਹੜਾ ਹੈ ਨਿੱਜੀ ਵਿਹਾਰ ਦੇ ਵੱਲ ਤੁਰ ਪੈਂਦਾ। ਇੱਥੇ ਔਰਤ ਮਰਦ ਦਾ ਨਿੱਜੀ ਵਿਹਾਰ ਸਾਹਮਣੇ ਆ ਰਿਹਾ, ਖਾਸ ਤੌਰ ਤੇ ਔਰਤ। ਜੇ ਤੁਸੀਂ ਪ੍ਰਯੋਗਸ਼ੀਲ ਨਾਟਕ ਨੂੰ ਦੇਖੋਗੇ, ਉਹਦੀ ਇੱਕ ਹੋਰ ਵੀ ਖਾਸੀਅਤ ਹੈ ਕਿ ਉਹਦੇ ਵਿੱਚ ਮਰਦ ਦੇ ਅੰਦਰ ਇੰਨਾ ਨਹੀਂ ਝਾਕਿਆ ਗਿਆ ਜਿੰਨਾ ਔਰਤ ਦੇ ਅੰਦਰ ਝਾਕਿਆ ਗਿਆ। ਦੂਜੇ ਪੜਾਅ ਦੇ ਉੱਤੇ ਹੁਣ ਉਹ ਨਿੱਜੀ ਵਿਹਾਰ ਨੂੰ, ਮਨੁੱਖ ਦੇ ਨਿੱਜੀ ਵਿਹਾਰ ਨੂੰ ਆਪਣਾ ਫੋਕਸ ਬਣਾ ਰਿਹਾ, ਲੇਕਿਨ ਇੱਕ ਰਾਜਸੀ ਵਿਹਾਰ ਦੀ ਹਲੇ ਕਮੀ ਸੀ, ਜਿਸ ਨੂੰ ਪੰਜਾਬੀ ਨਾਟਕ ਆ ਕੇ 1975 ਤੋਂ ਬਾਅਦ ਦੇ ਪੰਜਾਬੀ ਨਾਟਕ ਦੇ ਵਿੱਚ ਆਪਣਾ ਇਹ ਮਸਲਾ ਹੱਲ ਕਰਦਾ। ਤੀਜੇ ਪੜਾਅ ਦੇ ਉੱਤੇ ਹੁਣ ਪੰਜਾਬੀ ਨਾਟਕ ਦਾ ਜਿਹੜਾ ਵਿਹਾਰ ਹੈ ਬਹੁਤ ਵੱਡੇ ਪੱਧਰ ਤੇ ਰਾਜਸੀ ਹੋ ਜਾਂਦਾ ਹੈ। ਕਿਸੇ ਹੱਦ ਤੱਕ ਡਾਕਟਰ ਸਤੀਸ਼ ਵਰਮਾ ਦੀ ਇਹ ਧਾਰਨਾ ਸਹੀ ਵੀ ਹੈ, ਕਿਉਂਕਿ ਹੁਣ ਤੱਕ ਪੰਜਾਬੀ ਨਾਟਕ ਰਾਜਨੀਤੀ ਉੱਪਰ ਟੀਕਾ ਟਿੱਪਣੀ ਕਰਨ ਤੋਂ ਬਚਦਾ ਆਇਆ, ਜਦੋਂ ਕਿ ਪ੍ਰਦਰਸ਼ਨੀ ਕਲਾ ਹੋਣ ਕਾਰਨ ਨਾਟਕ ਦੇ ਵਿੱਚ ਸਭ ਤੋਂ ਵੱਧ ਸੰਭਾਵਨਾ ਪਈ ਹੁੰਦੀ ਹੈ ਕਿ ਉਹ ਆਪਣੇ ਸਮੇਂ ਦੀ ਰਾਜਨੀਤੀ ਦੇ ਨਾਲ ਸਿੱਧਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੇ। ਇਸੇ ਕਰਕੇ ਹੀ ਦੁਨੀਆ ਭਰ ਦੇ ਜਿਹੜੇ ਨਾਟਕਕਾਰ ਹੁੰਦੇ ਨੇ ਹਮੇਸ਼ਾ ਉਹ ਸਰਕਾਰਾਂ ਦੇ ਰਡਾਰ ਤੇ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਪੋਲੀਟੀਕਲ ਹੋ ਜਾਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ। ਪਰ ਕਿਉਂਕਿ ਪਹਿਲੇ ਪੜਾਅ ਦੇ ਉੱਤੇ ਜਿਹੜਾ ਵੀ ਪੰਜਾਬੀ ਨਾਟਕ ਹੈ ਨੰਦਾ ਕਾਲ ਦਾ, ਉਹ ਅੰਗਰੇਜ਼ੀ ਸਭਿਅਤਾ, ਅੰਗਰੇਜ਼ੀ ਰਾਜ ਦੇ ਅਧੀਨ ਹੈ, ਇੱਥੇ ਬਹੁਤ ਜ਼ਿਆਦਾ ਸੰਭਾਵਨਾ ਨਹੀਂ ਹੈ ਕਿ ਉਹ ਰਾਜਸੀ ਗੱਲ ਕਰ ਸਕੇ। ਹਾਲਾਂਕਿ ਇੱਥੇ ਦੋ ਨਾਟਕਕਾਰ ਅਜਿਹੇ ਨੇ ਜਿਹੜੇ ਕੋਸ਼ਿਸ਼ ਕਰਦੇ ਨੇ। ਬਾਬਾ ਬੁੱਧ ਸਿੰਘ 1927 ਦੇ ਵਿੱਚ ਨਾਟਕ ਲਿਖਦੇ ਨੇ ਦਾਮਿਨੀ, ਔਰ ਇਹ ਬਿਲਕੁਲ ਇੱਕ ਪੋਲੀਟੀਕਲ ਨੈਰੇਟਿਵ ਦਾ ਨਾਟਕ ਹੈ। ਉਹ ਬਹੁਤ ਗੁੱਝੇ ਤਰੀਕੇ ਦੇ ਨਾਲ ਦੇਸ਼ ਦੇ ਲੋਕਾਂ ਨੂੰ, ਖਾਸ ਤੌਰ ਤੇ ਸ਼ੂਦਰਾਂ ਤੇ ਸਵਰਨ ਨੂੰ ਇਕੱਠੇ ਹੋ ਕੇ ਅੰਗਰੇਜ਼ੀ ਰਾਜ ਦੇ ਖਿਲਾਫ ਲੜਨ ਲਈ ਕਹਿ ਰਹੇ ਨੇ। ਲੇਕਿਨ ਸੰਤ ਇੰਦਰ ਸਿੰਘ ਚੱਕਰਵਰਤੀ ਜਿਹੜੇ 40 ਤੋਂ ਲੈ ਕੇ 47 ਤੱਕ ਕੁਝ ਨਾਟਕ ਲਿਖਦੇ ਨੇ, ਉਹ ਬਹੁਤ ਮੁਖਰ ਰੂਪ ਦੇ ਵਿੱਚ ਅੰਗਰੇਜ਼ਾਂ ਨੂੰ ਕ੍ਰਿਟੀਸਾਈਜ਼ ਕਰਦੇ ਨੇ। ਉਹ ਬਿਲਕੁਲ ਡਰ ਕੇ ਨਹੀਂ ਲਿਖਦੇ, ਪਰ ਫਿਰ ਵੀ ਕੁੱਲ ਮਿਲਾ ਕੇ ਪੰਜਾਬੀ ਨਾਟਕ ਬਹੁਤ ਵੱਡੇ ਪੱਧਰ ਦੇ ਉੱਪਰ ਅੰਗਰੇਜ਼ਾਂ ਦੇ ਖਿਲਾਫ ਇਸ ਵੇਲੇ ਲੜਦਾ ਨਹੀਂ ਨਜ਼ਰ ਆ ਰਿਹਾ ਰਾਜਨੀਤਿਕ ਤੌਰ ਤੇ। ਇਸ ਤੋਂ ਬਾਅਦ ਹਾਲਾਂਕਿ ਦੇਸ਼ ਆਜ਼ਾਦ ਹੋ ਚੁੱਕਿਆ, ਲੇਕਿਨ ਇੱਕਾ ਦੁੱਕਾ ਨਾਟਕ ਹੀ ਸ਼ਾਇਦ ਤੁਹਾਨੂੰ ਮਿਲੇਗਾ ਜਿਹੜਾ ਦੇਸ਼ ਦੇ ਰਾਜਨੀਤਿਕ ਢਾਂਚੇ ਉੱਪਰ ਉਂਗਲ ਰੱਖਦਾ ਹੋਵੇ। ਪਰ 1970-75 ਦੇ ਬਾਅਦ ਤਾਂ ਜਿਵੇਂ ਹੜ੍ਹ ਹੀ ਆ ਜਾਂਦਾ। ਗੁਰਸ਼ਰਨ ਭਾਜੀ ਆਪਣਾ ਰੰਗਮੰਚੀ ਸਫ਼ਰ ਸ਼ੁਰੂ ਕਰਦੇ ਨੇ 1969 ਦੇ ਵਿੱਚ, ਔਰ ਇੱਥੇ ਭਾਵੇਂ ਉਹ ਸ਼ੁਰੂ ਦੇ ਬੁਨਿਆਦੀ ਜਦੋਂ ਮੁੱਢਲੇ ਦੌਰ ਦੇ ਵਿੱਚ ਉਹ ਬਹੁਤ ਰੰਗਮੰਚੀ ਕਦਰਾਂ ਕੀਮਤਾਂ ਵਾਲਾ ਥੀਏਟਰ ਕਰ ਰਹੇ ਨੇ ਅੰਮ੍ਰਿਤਸਰ ਦੇ ਵਿੱਚ,
ਇੱਥੇ ਉਹ ਬਹੁਤ ਗੁੱਝੇ ਰੂਪ ਦੇ ਵਿੱਚ ਸਿਆਸਤ ਉੱਪਰ ਟਕੋਰ ਕਰ ਰਹੇ ਨੇ। ਅਜਮੇਰ ਸਿੰਘ ਔਲਖ ਤੇ ਡਾਕਟਰ ਆਤਮਜੀਤ ਕਾਲਜਾਂ ਤੋਂ ਆਪਣਾ ਜੀਵਨ ਸ਼ੁਰੂ ਕਰ ਚੁੱਕੇ ਨੇ। ਚਰਨਦਾਸ ਸਿੱਧੂ ਦਿੱਲੀ ਦੇ ਵਿੱਚ ਆਪਣਾ ਜੀਵਨ ਸ਼ੁਰੂ ਕਰ ਚੁੱਕੇ ਨੇ। ਦਵਿੰਦਰ ਦਮਨ ਇਸ ਵੇਲੇ ਸ਼ੁਰੂ ਹੋ ਚੁੱਕੇ ਨੇ। ਤਾਂ ਇਹ 5 ਵੱਡੇ ਨਾਟਕਕਾਰ ਨੇ ਇਸ ਵੇਲੇ ਦੇ ਅਗਾਂਹ ਚੱਲ ਕੇ ਜਿਹੜੇ ਬਿਲਕੁਲ ਰਾਜਨੀਤਿਕ ਹੋਣ ਵਾਲੇ ਨੇ। 1975 ਵਿੱਚ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਜਾਂਦੀ ਹੈ। ਪਹਿਲੀ ਵਾਰੀ ਦੇਸ਼ ਦੇ ਲੋਕਾਂ ਨੂੰ ਸੱਟ ਵੱਜਦੀ ਹੈ ਕਿ ਜਿਹੜਾ ਕੰਮ ਅੰਗਰੇਜ਼ਾਂ ਨੇ ਨਹੀਂ ਕੀਤਾ ਉਹ ਸਾਡੀ ਆਪਣੀ ਸਰਕਾਰ ਨੇ ਕਰਤਾ। ਤਾਂ ਇਸ ਦੇ ਕਾਰਨ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦੇਸ਼ ਦੀ ਸਿਆਸਤ ਦੇ ਖਿਲਾਫ ਗੁੱਸਾ ਹੈ ਔਰ ਪੰਜਾਬੀ ਨਾਟਕ ਨੂੰ ਇਹ ਗੁੱਸਾ ਨਜ਼ਰ ਆਉਂਦਾ। ਪੰਜਾਬ ਦੀ ਤਰਬੀਅਤ ਵੈਸੇ ਹੀ ਬਹੁਤ ਸਿਆਸੀ ਤੌਰ ਤੇ ਗੁੱਸੇ ਵਾਲੀ ਹੈ, ਲੇਕਿਨ ਨਾਲ ਹੀ ਪੰਜਾਬੀ ਨਾਟਕ ਨੂੰ ਹੁਣ ਸ਼ਤਾਬਦੀ ਨਾਟਕ ਦੀ ਗੁੜਤੀ ਮਿਲ ਚੁੱਕੀ ਹੈ ਇਸ ਸਿਆਸਤ ਦੀ। ਤਾਂ 1975 ਤੋਂ ਬਾਅਦ ਦਾ ਪੰਜਾਬੀ ਨਾਟਕ ਬਹੁਤ ਵੱਡੇ ਪੱਧਰ ਤੇ ਸਿਆਸੀ ਤੇ ਆਰਥਿਕ ਢਾਂਚੇ ਦੇ ਉੱਪਰ ਸਵਾਲ ਤੇ ਟਿੱਪਣੀਆਂ ਕਰਦਾ। ਗੁਰਸ਼ਰਨ ਭਾਜੀ ਬਿਲਕੁਲ ਖੁੱਲੇ ਨੰਗੇ ਚਿੱਟੇ ਰੂਪ ਚ ਕਰਦੇ ਨੇ। ਅਜਮੇਰ ਸਿੰਘ ਔਲਖ ਲਗਾਤਾਰ ਸਵਾਲ ਚੱਕਦੇ ਨੇ। ਪਹਿਲੇ ਪੜਾਅ ਦੇ ਉੱਪਰ ਉਹ ਰੰਗਮੰਚੀ ਕਦਰਾਂ ਕੀਮਤਾਂ ਦੇ ਨਾਲ ਰੰਗਮੰਚੀ ਢਾਂਚੇ ਵਿੱਚ ਰਹਿ ਕੇ ਬਿਲਕੁਲ ਆਖਰੀ ਪੜਾਅ ਦੇ ਉੱਪਰ ਉਹ ਵੀ ਬਹੁਤ ਜ਼ਿਆਦਾ ਵੋਕਲ ਹੋ ਜਾਂਦੇ ਨੇ। ਡਾਕਟਰ ਆਤਮਜੀਤ ਚਿੰਨ੍ਹਾਤਮਕ ਸ਼ੈਲੀ ਦੇ ਰੂਪ ਦੇ ਵਿੱਚ ਲਗਾਤਾਰ ਇਸ ਢਾਂਚੇ ਨੂੰ ਸਵਾਲ ਕਰਦੇ ਨੇ। ਚਰਨਦਾਸ ਸਿੱਧੂ ਦਿੱਲੀ ਵਿੱਚ ਬੈਠੇ ਨੇ। ਉਹਨਾਂ ਦੀਆਂ ਸਮੱਸਿਆਵਾਂ ਭਾਵੇਂ ਬਹੁਤੀਆਂ ਪੰਜਾਬ ਵਰਗੀਆਂ ਨਹੀਂ ਨੇ, ਲੇਕਿਨ ਉਹਨਾਂ ਦੇ ਵੀ ਕੁਝ ਸਿਆਸੀ ਸਵਾਲਾਂ ਵਾਲੇ ਨਾਟਕ ਦੇਖੇ ਜਾ ਸਕਦੇ ਨੇ ਔਰ ਇਸੇ ਤਰੀਕੇ ਨਾਲ ਕੁਝ ਨਾਟਕ ਦਵਿੰਦਰ ਦਮਨ ਦੇ ਵੀ ਦੇਖਦੇ ਹਾਂ। ਤਾਂ ਹੁਣ ਪੰਜਾਬੀ ਨਾਟਕ ਆਪਣੇ ਵਿਹਾਰ ਦਾ ਇੱਕ ਪੂਰਾ ਚੱਕਰ ਪੂਰਾ ਕਰ ਲੈਂਦਾ। ਪਹਿਲੇ ਪੜਾਅ ਦੇ ਉੱਪਰ ਯਥਾਰਥਵਾਦੀ ਸਮੇਂ ਦੇ ਵਿੱਚ ਉਹ ਸੁਧਾਰ ਦਾ ਨਾਟਕ ਹੈ। ਮਨੁੱਖ ਦੇ ਸੁਧਾਰ ਨੂੰ ਬਾਹਰਲੀਆਂ ਸਮੱਸਿਆ ਮੁਖੀ ਨਾਟਕ ਹੈ, ਰੈਦਰ ਇਹ ਸ਼ਬਦ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪੜਾਅ ਦੇ ਉੱਪਰ ਉਹ ਵਿਅਕਤੀ ਦੇ ਨਿੱਜੀ ਵਿਹਾਰ ਨੂੰ ਬਿੰਦੂ ਬਣਾ ਰਿਹਾ, ਫੋਕਸ ਦੇ ਵਿੱਚ ਲੈ ਕੇ ਆ ਰਿਹਾ, ਰਡਾਰ ਦੇ ਵਿੱਚ ਲੈ ਕੇ ਆ ਰਿਹਾ। ਹੁਣ ਤੀਜੇ ਪੜਾਅ ਦੇ ਉੱਤੇ ਉਹ ਰਾਜਸੀ ਹੋ ਚੁੱਕਿਆ। ਖਾਸ ਤੌਰ ਤੇ ਜੇ ਪੰਜਾਬੀ ਨਾਟਕ ਦੀ ਇਸ ਸਿਆਸੀ ਪਹੁੰਚ ਦਾ ਨਮੂਨਾ ਦੇਖਣਾ ਹੋਵੇ ਔਰ ਇਸ ਦੀ ਦਲੇਰੀ ਦੇਖਣੀ ਹੋਵੇ ਤਾਂ ਅਸੀਂ ਇਸ ਨੂੰ ਪੰਜਾਬ ਸੰਕਟ ਦੇ ਆਰ-ਪਾਰ ਜੋ ਰਚੇ ਗਏ ਨਾਟਕ ਨੇ ਉਹਨਾਂ ਵਿੱਚੋਂ ਦੇਖ ਸਕਦੇ ਹਾਂ। ਇਸ ਵੇਲੇ ਜਾਣ ਦਾ ਸਭ ਤੋਂ ਵੱਡਾ ਖਤਰਾ ਸੀ, ਸੰਕਟ ਸੀ, ਪਰ ਪੰਜਾਬੀ ਨਾਟਕ ਬਿਨਾਂ ਡਰੇ 1980 ਤੋਂ ਲੈ ਕੇ 95 ਤੱਕ ਪੰਜਾਬ 'ਚ ਜੋ ਕੁਝ ਵੀ ਵਾਪਰਦਾ ਉਹਦੇ ਖਿਲਾਫ ਡਟ ਕੇ ਬੋਲਦਾ। ਇੱਥੇ ਸਾਨੂੰ ਇੱਕ ਚੀਜ਼ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਪੰਜਾਬੀ ਨਾਟਕ ਪਿਛਲੇ ਹੁਣ ਤੱਕ ਦੇ 8 ਦਹਾਕਿਆਂ ਦੇ ਵਿੱਚ ਮੁੱਢਲੇ ਪੜਾਅ ਉੱਪਰ ਆਪਣੇ ਪੈਰ ਜ਼ਮੀਨ ਤੇ ਲਾਉਣ ਦੀ ਕੋਸ਼ਿਸ਼ ਕਰਦਾ। ਦੂਜੇ ਪੜਾਅ ਉੱਤੇ ਉਹ ਆਪਣੇ ਆਪ ਨੂੰ ਵਿਕਾਸ ਦੇਣ ਦੀ ਕੋਸ਼ਿਸ਼ ਕਰਦਾ ਨੰਦੇ ਕਾਲ ਦੇ ਵਿੱਚ। ਤੀਜੇ ਪੜਾਅ ਉੱਪਰ ਪ੍ਰਯੋਗਸ਼ੀਲ ਲਹਿਰ ਦੇ ਵਿੱਚ ਉਹ ਵਿਧੀਆਂ ਦੀ ਤਲਾਸ਼ ਵਿੱਚ ਭਟਕ ਰਿਹਾ ਹੈ ਔਰ ਚੌਥੇ ਪੜਾਅ ਦੇ ਉੱਤੇ ਉਹ ਪੰਜਾਬ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਪਣੀ ਵਰਤ ਸਾਬਿਤ ਕਰ ਰਿਹਾ, ਆਪਣੀ ਹੋਂਦ ਵਿਖਾ ਰਿਹਾ, ਆਪਣੀ ਤਾਕਤ ਦਿਖਾ ਰਿਹਾ। ਸਿਰਫ 8 ਦਹਾਕਿਆਂ ਦੇ ਵਿੱਚ ਪੰਜਾਬੀ ਨਾਟਕ ਦੇ ਸਫ਼ਰ ਦੇ ਵਿੱਚ ਇਦੋਂ ਵੱਡਾ ਵਿਕਾਸ ਸ਼ਾਇਦ ਕਿਸੇ ਵੀ ਸਾਹਿਤਕ ਜਾਂ ਕਲਾਤਮਕ ਵਿਧਾ ਵਿੱਚ ਕਿਸੇ ਵੀ ਸਭਿਅਤਾ ਵਿੱਚ ਅਜਿਹਾ ਵਿਕਾਸ ਨਹੀਂ ਦੇਖਿਆ ਗਿਆ ਹੁਣ। ਸਿਰਫ 8 ਦਹਾਕੇ ਪਹਿਲਾਂ ਜਿਸ ਵਿਧਾ ਦੀ ਪੰਜਾਬੀ ਸਭਿਅਤਾ ਵਿੱਚ ਹੋਂਦ ਤੱਕ ਨਹੀਂ ਹੈ ਔਰ 8ਵੇਂ ਦਹਾਕੇ ਵਿੱਚ ਆ ਕੇ ਉਹ ਇੱਕ ਸਿਆਸੀ ਸੰਕਟ ਦੇ ਖਿਲਾਫ ਨੰਗੇ ਧੜ ਲੜ ਰਿਹਾ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਵਿਧਾ ਇਦੋਂ ਵੱਡਾ ਜਲਵਾ ਦਿਖਾ ਸਕਦੀ ਹੋਵੇ। ਔਰ ਇਸ ਦੇ ਵਿੱਚ ਨਾ ਸਿਰਫ ਪੰਜਾਬੀ ਨਾਟਕ ਆਪਣੇ ਪੈਰ ਪੱਕੇ ਕਰਦਾ, ਆਪਣੇ ਆਪ ਨੂੰ ਪੈਦਾ ਕਰਦਾ, ਸਥਾਪਿਤ ਕਰਦਾ, ਆਪਣਾ ਵਿਸਤਾਰ ਕਰਦਾ ਔਰ ਫਿਰ ਆਪਣੀ ਸਮਾਜਿਕ ਭੂਮਿਕਾ ਸਾਬਿਤ ਕਰਦਾ। ਇਸ ਤੋਂ ਬਾਅਦ ਅਸੀਂ ਵਿਸ਼ਵੀਕਰਨ ਵਾਪਰਦਾ ਦੇਖਦੇ ਹਾਂ ਔਰ ਪੰਜਾਬੀ ਨਾਟਕ ਦੇ ਵਿਕਾਸ ਦਾ ਸਫ਼ਰ ਰੁਕਦਾ ਨਹੀਂ। ਵਿਸ਼ਵੀਕਰਨ ਦੌਰਾਨ ਜਦੋਂ 1995 ਦੇ ਵਿੱਚ ਪੰਜਾਬ ਫਿਰ ਪੈਰਾਂ ਸਿਰ ਹੋ ਜਾਂਦਾ, ਚੁਣੌਤੀਆਂ ਵੀ ਵੱਡੀਆਂ ਨੇ ਤੇ ਪੰਜਾਬੀ ਨਾਟਕ ਸਹਿਣ ਵੀ ਕਰ ਰਿਹਾ। ਹੁਣ ਬਹੁਤ ਵੱਡੇ ਪੱਧਰ ਦੇ ਉੱਪਰ ਮੀਡੀਆ ਦੇ ਨਾਲ ਪੰਜਾਬੀ ਨਾਟਕ ਨੂੰ ਟਕਰਾਉਣਾ ਪੈ ਰਿਹਾ। ਇੱਕ ਪਾਸੇ ਸਿਨੇਮੇ ਦਾ ਵਿਸਤਾਰ ਹੋ ਰਿਹਾ, ਦੂਜੇ ਪਾਸੇ ਟੀਵੀ ਚੈਨਲਾਂ ਦਾ ਵਿਸਤਾਰ ਹੋ ਰਿਹਾ, ਤੀਜੇ ਪਾਸੇ ਮਨੁੱਖ ਦੀ ਸੋਚ ਜਿਹੜੀ ਹੈ ਉਹ ਵਿਸ਼ਵੀਕਰਨ ਤੋਂ ਪ੍ਰਭਾਵਿਤ ਹੁੰਦੀ ਜਾ ਰਹੀ ਹੈ। ਵਿਸ਼ੇ ਬਦਲ ਰਹੇ ਨੇ, ਜੀਵਨ ਬਦਲ ਰਿਹਾ ਹੈ ਔਰ ਪੰਜਾਬੀ ਨਾਟਕ ਇੱਥੇ ਵੀ ਬਦਲਦੇ ਜੀਵਨ ਦੇ ਅਨੁਰੂਪ ਨਵੇਂ ਵਿਸ਼ਿਆਂ ਨੂੰ ਹੱਥ ਪਾਉਂਦਾ। ਮਨੁੱਖ ਦੇ ਨਿੱਜੀ ਵਿਸ਼ੇ ਜਿਹੜੇ ਕਿ ਗੁੰਝਲਾਂ ਨੇ, ਮਨੋਵਿਗਿਆਨਿਕ ਗੁੰਝਲਾਂ ਨੇ, ਕਾਮ ਗੁੰਝਲਾਂ ਨੇ, ਪੰਜਾਬੀ ਨਾਟਕ ਬੇਖੌਫ ਹੋ ਕੇ ਇਹਦੇ ਉੱਪਰ ਗੱਲ ਕਰਨੀ ਸ਼ੁਰੂ ਕਰਦਾ। ਤੁਸੀਂ ਕੇਵਲ ਸੂਦ ਦਾ ਨਾਟਕ ਮੁਰਗੀਖਾਨਾ, ਡਾਕਟਰ ਆਤਮਜੀਤ ਦਾ ਮੈਂ ਤਾਂ ਇੱਕ ਸਰੰਗੀ ਹਾਂ ਔਰ ਮੇਰਾ ਇੱਕ ਨਾਟਕ ਹੈ ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਇਹਨਾਂ ਨਾਟਕਾਂ ਵਿੱਚੋਂ ਦੇਖ ਸਕਦੇ ਹੋ ਕਿ ਪੰਜਾਬੀ ਨਾਟਕ ਹੁਣ ਬਿਲਕੁਲ ਕਿਸੇ ਕਿਸਮ ਦਾ ਕੋਈ ਨੈਤਿਕ ਸਦਾਚਾਰਕ ਪ੍ਰੈਸ਼ਰ ਲੈ ਕੇ ਆਪਣੀ ਕਲਾ ਨੂੰ ਸੀਮਿਤ ਕਰਨ ਦਾ ਜਾਂ ਆਪਣੇ ਵਿਸ਼ੇ ਵਸਤੂ ਨੂੰ ਸੀਮਿਤ ਕਰਨ ਦੇ ਮੂਡ ਵਿੱਚ ਬਿਲਕੁਲ ਨਹੀਂ ਹੈ। ਹੁਣ ਪੰਜਾਬੀ ਨਾਟਕ ਉਹੀ ਕਰ ਰਿਹਾ ਜੋ ਇੱਕ ਵਿਧਾ ਨੂੰ ਕਰਨਾ ਚਾਹੀਦਾ ਹੈ। ਵਿਸ਼ਵੀਕਰਨ ਤੱਕ ਪਹੁੰਚਦੇ ਪੰਜਾਬੀ ਨਾਟਕ ਅਸੀਂ ਕਹਿ ਸਕਦੇ ਹਾਂ ਕਿ
ਦੇਸ਼ ਦੇ ਵਿੱਚ ਆਪਣੀ ਸਿਰਫ ਇਕੱਲੇ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਆਪਣੀ ਹੋਂਦ ਦਿਖਾਉਣ ਦੇ ਸਮਰੱਥ ਹੋ ਚੁੱਕੇ ਆ। ਕਿੰਨੇ ਨਾਟਕਕਾਰ ਨੇ ਜਿਹੜੇ ਦੇਸ਼ ਚੋਂ ਬਾਹਰ ਨਿਕਲ ਕੇ ਵਿਦੇਸ਼ਾਂ ਵਿੱਚ ਪ੍ਰਦਰਸ਼ਨੀਆਂ ਕਰ ਚੁੱਕੇ ਨੇ। ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਹੱਬ ਬਣ ਚੁੱਕੇ ਨੇ ਪੰਜਾਬੀ ਨਾਟਕ ਦੀ, ਖਾਸ ਤੌਰ ਤੇ ਕੈਨੇਡਾ। ਔਰ ਪੰਜਾਬੀ ਨਾਟਕ ਪੰਜਾਬ ਦੇ ਸੀਮਤ ਜਿਹੇ ਦਾਇਰੇ ਚੋਂ ਨਿਕਲ ਕੇ ਵਿਸ਼ਵੀਕਰਨ ਦੇ ਆਰ-ਪਾਰ ਪੂਰੀ ਦੁਨੀਆ 'ਚ ਫੈਲ ਚੁੱਕੇ ਆ। ਇਸ ਦੌਰਾਨ ਪੰਜਾਬੀ ਨਾਟਕ ਦੀ ਇੱਕ ਹੋਰ ਵਿਸ਼ੇਸ਼ਤਾ ਜਿਹੜੀ ਹੈ ਉਹ ਵੀ ਮੈਂ ਤੁਹਾਡੇ ਧਿਆਨ 'ਚ ਲੈ ਕੇ ਆਉਣੀ ਚਾਹਾਂਗਾ, ਜਿਹੜੀ ਕਿ ਮੈਨੂੰ ਲੱਗਦਾ ਕਿ ਉਸ ਦੇ ਵਿਕਾਸ ਨਾਲ ਜੁੜੀ ਹੋਈ ਹੈ। ਕਿਉਂਕਿ ਪੰਜਾਬੀ ਨਾਟਕ ਕੋਲ ਸਾਧਨ ਹਮੇਸ਼ਾ ਸੀਮਤ ਸਨ। ਪ੍ਰੋਸੀਨੀਅਮ ਤਾਂ ਸਾਨੂੰ ਅੱਜ ਤੱਕ ਨਹੀਂ ਮਿਲਿਆ, ਸ਼ਾਇਦ ਇੱਕਾ ਦੁੱਕਾ ਪ੍ਰੋਸੀਨੀਅਮ ਨੇ ਸਾਡੇ ਕੋਲ, ਉਹ ਵੀ ਜਤਿੰਦਰ ਬਰਾੜ ਵਰਗੇ ਲੋਕਾਂ ਨੇ ਆਪ ਬਣਾਏ ਹੋਏ ਨੇ ਆਡੀਟੋਰੀਅਮ। ਤਾਂ ਪ੍ਰੋਸੀਨੀਅਮ ਸਾਡੇ ਕੋਲ ਨਹੀਂ ਸੀ। ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਸੀ ਕਿ ਅਸੀਂ ਨਾਟਕ ਕਲਾ ਜਿਹੜੀ ਕਿ ਆਪਣੇ ਵਿਹਾਰ ਲਈ, ਆਪਣੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਨਿਭਾਉਣ ਦੇ ਲਈ ਦੋ ਬੁਨਿਆਦੀ ਚੀਜ਼ਾਂ ਦੀ ਹਮੇਸ਼ਾ ਮੰਗ ਕਰਦੀ ਹੈ, ਉਹ ਹੈ ਮੁਕੰਮਲ ਚੁੱਪ ਤੇ ਮੁਕੰਮਲ ਹਨੇਰਾ। ਸਵਾਲ ਇਹ ਹੈ ਕਿ ਜਦੋਂ ਕਿਸੇ ਵਿਧਾ ਦੇ ਕੋਲ, ਕਿਸੇ ਕਲਾ ਦੇ ਕੋਲ ਅਜਿਹੀ ਸਹੂਲਤ ਨਹੀਂ ਹੈ ਤਾਂ ਫਿਰ ਉਹ ਸਮੇਂ ਤੇ ਸਥਾਨ ਦੇ ਖੱਪਿਆਂ ਨੂੰ ਕਿਵੇਂ ਲੰਘੇ। ਇਹ ਬਹੁਤ ਵੱਡੀ ਮੁਸ਼ਕਲ ਸੀ ਪੰਜਾਬੀ ਨਾਟਕ ਲਈ। ਦਿਨੇ ਪੰਡਾਲ ਥੀਏਟਰ ਹੈ ਪੰਜਾਬੀ ਦਾ, ਦਿਨੇ ਪੰਡਾਲ ਦੇ ਵਿੱਚ ਇੱਥੇ ਮੁਕੰਮਲ ਚੁੱਪ ਨਹੀਂ ਹੋ ਸਕਦੀ, ਇੱਥੇ ਹਨੇਰਾ ਨਹੀਂ ਹੋ ਸਕਦਾ। ਇਹੀ ਕਾਰਨ ਹੈ ਪੰਜਾਬੀ ਨਾਟਕ ਦੇ ਵਿੱਚ ਰਾਤ ਦੇ ਦ੍ਰਿਸ਼ ਹੀ ਨਹੀਂ ਹੁੰਦੇ। ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਕਿ ਸਮੇਂ ਤੇ ਸਥਾਨ ਦੇ ਖੱਪੇ ਲੰਘਣ ਲਈ ਪੰਜਾਬੀ ਨਾਟਕ ਕੀ ਕਰਦਾ। ਪੰਜਾਬੀ ਨਾਟਕ ਨੇ ਵਿਧੀਆਂ ਦੀ ਤਲਾਸ਼ ਕੀਤੀ। ਗੁਰਸ਼ਰਨ ਭਾਜੀ ਦੀਆਂ ਸਾਰੀਆਂ ਵਿਧੀਆਂ ਸਮੇਂ ਤੇ ਸਥਾਨ ਦੇ ਖੱਪਿਆਂ ਨੂੰ ਪਾਰ ਕਰਨ ਦੀਆਂ ਸ਼ਾਨਦਾਰ ਵਿਧੀਆਂ ਨੇ। ਔਰ ਇਹ ਪੰਜਾਬੀ ਨਾਟਕ ਨੇ ਅਜਿਹੀਆਂ ਵਿਧੀਆਂ ਤਲਾਸ਼ ਕਰਕੇ ਆਪਣੇ ਵਿਕਾਸ ਦੀ ਸਭ ਤੋਂ ਖੂਬਸੂਰਤ ਉਦਾਹਰਨ ਦਿੱਤੀ ਹੈ। ਕਿੰਨੀਆਂ ਹੀ ਵਿਧੀਆਂ ਨੇ ਜਿਹੜੀਆਂ ਕਿ ਪੰਜਾਬੀ ਦੀਆਂ ਨਿਰੋਲ ਆਪਣੀਆਂ ਨਾਟ ਜੁਗਤਾਂ ਨੇ, ਜਿਹੜੀਆਂ ਤੁਹਾਨੂੰ ਹੋਰ ਸ਼ਾਇਦ ਹੀ ਕਿਸੇ ਹੋਰ ਭਾਸ਼ਾ ਦੇ ਸੱਭਿਆਚਾਰ ਦੇ ਵਿੱਚ ਨਾਟਕ ਦੇ ਰੰਗਮੰਚ ਦੇ ਵਿੱਚ ਨਜ਼ਰ ਆਉਣ, ਕਿਉਂਕਿ ਉਹ ਸਮੱਸਿਆਵਾਂ ਪੰਜਾਬੀ ਜੀਵਨ ਤੇ ਪੰਜਾਬੀ ਨਾਟਕ ਦੇ ਰੰਗਮੰਚ ਦੀਆਂ ਸਨ। ਔਰ ਇਸੇ ਹੀ ਚੱਕਰ ਦੇ ਵਿੱਚ ਪੰਜਾਬੀ ਨਾਟਕ ਨੇ ਸੋਲੋ ਨਾਟਕ ਦਾ ਬਹੁਤ ਵਿਕਾਸ ਕੀਤਾ, ਕਿਉਂਕਿ ਸਾਡੇ ਕੋਲ ਸਾਧਨ ਘੱਟ ਨੇ, ਟੀਮਾਂ ਇਕੱਠੀਆਂ ਕਰਨੀਆਂ ਹਮੇਸ਼ਾ ਸੰਭਵ ਨਹੀਂ ਹੁੰਦੀਆਂ। ਤਾਂ ਪੰਜਾਬੀ ਨਾਟਕ ਨੇ ਸੋਲੋ ਨਾਟਕ ਦਾ ਵੀ ਬਹੁਤ ਵੱਡੇ ਪੱਧਰ ਤੇ ਵਿਕਾਸ ਕੀਤਾ ਹੈ। ਔਰ ਪੰਜਾਬੀ ਇਕਾਂਗੀ ਜਿਹੜੀ ਹੈ ਉਹ ਬਹੁਤ ਕਮਾਲ ਦੀ ਹੈ। ਤੁਸੀਂ ਦੇਖ ਸਕਦੇ ਹੋ, ਸਾਰੇ ਦੇਸ਼ ਨਾਲ ਤੁਲਨਾ ਕਰਨਾ ਚਾਹੋ ਤਾਂ ਪੰਜਾਬੀ ਬਹੁਤ ਵੱਡੇ ਪੱਧਰ ਤੇ ਪੰਜਾਬੀ ਦੇ ਵਿੱਚ ਇਕਾਂਗੀ ਲਿਖੀ ਗਈ। ਔਰ ਇਹ ਯੂਥ ਫੈਸਟੀਵਲਾਂ, ਸਕੂਲਾਂ, ਕਾਲਜਾਂ ਦੇ ਰੰਗਮੰਚ ਦੀ, ਔਰ ਖਾਸ ਤੌਰ ਤੇ ਖੱਬੇ ਪੱਖੀ ਰੰਗਮੰਚ ਦੀ ਇਹ ਪਹਿਲੀ ਪਸੰਦ ਰਹੀ ਹੈ। ਔਰ ਇੰਨੀਆਂ ਇਕਾਂਗੀਆਂ ਪੰਜਾਬੀ ਦੇ ਵਿੱਚ ਲਿਖੀਆਂ ਗਈਆਂ ਨੇ, ਮੈਨੂੰ ਲੱਗਦਾ ਨਹੀਂ ਕਿ ਦੇਸ਼ ਵਿੱਚ ਕਿਸੇ ਹੋਰ ਭਾਸ਼ਾ ਦੇ ਵਿੱਚ ਇੰਨੀਆਂ ਇਕਾਂਗੀਆਂ ਲਿਖੀਆਂ ਗਈਆਂ ਹੋਣ। ਔਰ ਇਹ ਸਾਰੀਆਂ ਇਕਾਂਗੀਆਂ ਬਹੁਤ ਘੱਟ ਸਮੇਂ ਦੇ ਵਿੱਚ ਵੱਡੇ ਨਾਟਕ ਜਿੰਨਾ ਖਿਲਾਰਾ ਖਿਲਾਰ ਲੈਂਦੀਆਂ ਨੇ। ਕਹਿਣ ਨੂੰ ਇਹ ਇਕਾਂਗੀ ਹੈ, ਲੇਕਿਨ ਇਹ ਕਿਤੇ ਵੱਡੇ ਨਾਟਕ ਦੇ ਨਾਲੋਂ ਜ਼ਿਆਦਾ ਵੱਡੇ ਵਿਚਾਰ ਪ੍ਰਸਤੁਤ ਕਰਨ ਵਾਲੀਆਂ ਇਕਾਂਗੀਆਂ ਨੇ ਪੰਜਾਬੀ ਦੀਆਂ। ਸੋ ਕੁੱਲ ਮਿਲਾ ਕੇ ਪੰਜਾਬੀ ਨਾਟਕ ਨੇ 100 ਸਾਲ ਦੇ ਵਿੱਚ ਥੋੜ੍ਹੇ ਬਹੁਤ ਨਹੀਂ, ਵਿਕਾਸ ਦੇ ਬਹੁਤ ਹੀ ਜ਼ਿਆਦਾ ਪੜਾਅ ਪਾਰ ਕੀਤੇ ਨੇ। ਇਹ ਅਸੀਂ ਤਾਂ ਹੀ ਸਮਝ ਸਕਦੇ ਹਾਂ ਪੰਜਾਬੀ ਨਾਟਕ ਦਾ ਵਿਕਾਸ, ਜੇ ਅਸੀਂ ਇਹ ਸਮਝ ਸਕੀਏ ਕਿ ਬੇਸਿਕਲੀ ਪੰਜਾਬੀ ਨਾਟਕ ਦੀਆਂ ਮੁਸ਼ਕਲਾਂ ਕੀ ਸੀ, ਪੰਜਾਬ ਵਿੱਚ ਰੰਗ ਕਰਨ ਦੀਆਂ ਮੁਸ਼ਕਲਾਂ ਕੀ ਸੀ। ਔਰ ਜਦੋਂ ਅਸੀਂ ਇਹ ਸਮਝ ਲਵਾਂਗੇ ਕਿ ਪੰਜਾਬ ਦੇ ਕੋਲੇ ਕੋਈ ਪਰੰਪਰਾ ਨਹੀਂ, ਜਦੋਂ ਤੇ ਬਿਨਾਂ ਪਰੰਪਰਾ ਤੋਂ ਪੰਜਾਬੀ ਨਾਟਕ 100 ਸਾਲਾਂ ਦੇ ਵਿੱਚ ਨਾ ਸਿਰਫ ਖੁਦ ਨੂੰ ਪੈਦਾ ਕਰਦਾ ਬਲਕਿ ਪੱਕੇ ਪੈਰੀ ਖੜਾ ਕਰਦਾ, ਆਪਣਾ ਵਿਸਤਾਰ ਕਰਦਾ ਤੇ ਫਿਰ ਪੰਜਾਬੀ ਜੀਵਨ ਦੇ ਵਿੱਚ ਆਪਣੀ ਸਾਰਥਕਤਾ ਸਿੱਧ ਕਰਦਾ, ਤੇ ਫਿਰ ਅਸੀਂ ਸਮਝ ਪਾਵਾਂਗੇ ਕਿ ਪੰਜਾਬੀ ਨਾਟਕ ਨੇ ਕਿਹੋ ਜਿਹਾ ਵਿਕਾਸ ਕੀਤਾ। ਔਰ ਪੰਜਾਬੀ ਨਾਟਕ ਦੀ ਸਭ ਤੋਂ ਵੱਡੀ ਅਗਰ ਵਿਕਾਸ ਦੀ ਕੋਈ ਗੱਲ ਕਹਿਣੀ ਹੋਵੇ ਸਾਰਾਂਸ਼ ਰੂਪ ਦੇ ਵਿੱਚ, ਤਾਂ ਉਹ ਇਹ ਹੈ ਕਿ ਬਿਨਾਂ ਕਿਸੇ ਪਰੰਪਰਾ ਵਾਲੇ ਪੰਜਾਬੀ ਨਾਟਕ ਨੇ ਖੁਦ ਨੂੰ ਇੱਕ ਪਰੰਪਰਾ ਬਣਾਇਆ।